ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਡਾਕਟਰ ਅਮਰ ਸਿੰਘ ਆਜ਼ਾਦ ਅੱਜ ਇੱਕ ਵਾਰੀ ਫੇਰ ਇੱਕ ਨਵੀਂ ਵਿਚਾਰ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ। ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਉਹ ਬਦਲਦੇ ਮੌਸਮ ਦੇ ਨਾਲ ਬਹੁਤ ਵੱਡਾ ਸੰਬੰਧ ਆਉਂਦਾ। ਸਰਦੀਆਂ ਆ ਰਹੀਆਂ ਨੇ ਤੇ ਸਰਦੀਆਂ ਜਿਉਂ-ਜਿਉਂ ਨਜ਼ਦੀਕ ਆਉਂਦੀਆਂ ਜਾਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਖਾਰਿਸ਼ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਬੋਡੀ ਦੇ ਉੱਤੇ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਹਾ ਇਹ ਜਾਂਦਾ ਕਿ ਜਿਹੜੀ ਚਮੜੀ ਖੁਸ਼ਕ ਹੋ ਜਾਂਦੀ ਹੈ, ਨਮੀ ਰਹਿੰਦੀ ਨਹੀਂ ਹੈਗੀ, ਇਹਦੇ ਕਰਕੇ ਖਾਰਿਸ਼ ਹੁੰਦੀ ਹੈ। ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਵੀ ਹੁੰਦਾ ਕਿ ਕੱਪੜੇ ਜਿਹੜੇ ਪਹਿਲਾਂ ਪਏ ਸੀਗੇ ਉਹ ਵਰਤ ਕੇ ਆਪਾਂ ਪਏ ਕੱਪੜੇ ਆਪਾਂ ਨੇ ਚੁੱਕ ਕੇ ਪਾ ਲਏ ਅਤੇ ਉਹਦੇ ਨਾਲ ਵੀ ਆਪਾਂ ਨੂੰ ਜਿਹੜੀ ਡਿਜ਼ੀਜ਼ ਆ ਜਾਂਦੀ ਹੈ। ਕੀ ਇਹ ਧਾਰਨਾਵਾਂ ਸੱਚ ਨੇ? ਕੀ ਇਹਦਾ ਇਲਾਜ ਹੋ ਸਕਦਾ? ਕਿਉਂ ਇਹ ਹੁੰਦੀਆਂ ਨੇ? ਬੋਡੀ ਦੇ ਵਿੱਚ ਕੀ ਅਜਿਹਾ ਹੁੰਦਾ ਜਿਹੜਾ ਖੁਰਕ ਹੋਣ ਲੱਗ ਜਾਂਦੀ ਆ? ਆਪਾਂ ਡਾਕਟਰ ਅਮਰ ਸਿੰਘ ਆਜ਼ਾਦ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਖਾਰਿਸ਼ ਬਹੁਤ ਗੰਦੀ ਬਿਮਾਰੀ ਹੈ। ਜੇ ਬੰਦਾ ਕੋਈ ਸਾਹਮਣੇ ਬੈਠਾ ਖੁਰਕ ਰਿਹਾ ਹੋਵੇ ਨਾ ਅਤੇ ਉਹ ਵੈਸੀ ਇੱਕ ਨਾ ਉਹ ਆਪਣੇ ਆਪ ਦੇ ਵਿੱਚ ਵੀ ਜਿਹੜੀ ਹੈ ਉਹ ਕੌਨਫੀਡੈਂਸ ਘੱਟ ਜਾਂਦਾ ਬੰਦਾ ਵੀ ਕੀ ਕਹੇਗਾ ਕੋਈ ਬੰਦਾ। ਅਤੇ ਜੇ ਉਹ ਖੁਰਕ ਸਿਰ 'ਚ ਹੋ ਰਹੀ ਹੋਵੇ ਤਾਂ ਉਦੋਂ ਵੀ ਬੁਰਾ ਲੱਗਦਾ। ਅਤੇ ਜੇ ਖਾਰਿਸ਼ ਹੋ ਰਹੀ ਹੈ ਤਾਂ ਉਹ ਬੋਡੀ ਨੂੰ ਰੋਕਿਆ ਨਹੀਂ ਜਾਂਦਾ, ਰੁਕ ਨਹੀਂ ਪਾਉਂਦਾ, ਬੰਦਾ ਖਾਰਿਸ਼ ਕਰਨੀ ਪੈਂਦੀ ਹੈਗੀ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਖਾਰਿਸ਼ ਦੀ ਸਾਇੰਸ ਕੀ ਹੈ? ਕੀ ਹੁੰਦਾ ਬੋਡੀ ਦੇ ਵਿੱਚ ਜਿਹੜੀ ਖੁਰਕ ਹੋਣ ਲੱਗ ਜਾਂਦੀ ਹੈ? ਕੁਛ ਤਾਂ ਹੁੰਦਾ ਹੀ ਹੋਣਾ ਨਾ। ਕੁਲਵੰਤ ਜੀ, ਮੈਨੂੰ ਤੁਹਾਡੀ ਖੁਰਕ ਤੋਂ ਯਾਦ ਆ ਗਿਆ। ਮੈਨੂੰ ਜਦੋਂ ਮੈਂ ਪੇਪਰ ਦੇ ਐਗਜ਼ਾਮ ਦੇ ਰਿਹਾ ਸੀਗਾ ਸੈਕੰਡ ਪ੍ਰੋਫੈਸ਼ਨਲ ਦਾ ਫਾਰਮਾਕੋਲੋਜੀ ਦਾ, ਤਾਂ ਮੇਰੇ ਟੀਚਰ ਬੜੇ ਵਧੀਆ ਟੀਚਰ ਸੀ ਗਰੇਵਾਲ ਸਾਹਿਬ। ਤਾਂ ਮੈਨੂੰ ਉਹਨਾਂ ਨੇ ਪੁੱਛਦੇ ਆ ਰਹੇ ਸੀ ਪ੍ਰੈਕਟੀਕਲ ਡੈਸਕ ਟੂ ਡੈਸਕ ਸਵਾਲ, ਅਤੇ ਮੈਨੂੰ ਆਹੀ ਸਵਾਲ ਪੁੱਛਿਆ ਸੀ, ਵਿਚ ਇਜ਼ ਦ ਮੋਸਟ ਇਰੀਟੇਟਿੰਗ ਸਿੰਪਟਮ ਇਨ ਸਕਿਨ ਡਿਜ਼ੀਜ਼ਜ਼। ਮੈਂ ਕਿਹਾ ਜੀ ਇਚਿੰਗ। ਯੈਸ ਯੂ ਆਰ ਵੈਰੀ ਇੰਟੈਲੀਜੈਂਟ ਪਰਸਨ। ਉਹ ਪਹਿਲੇ 2-3 ਬੰਦਿਆਂ ਨੇ ਦੱਸਿਆ ਹੀ ਨਹੀਂ, ਬੋਲਿਆ ਨਹੀਂ ਸੀਗਾ। ਉਹ ਮੈਨੂੰ ਇਹਨੇ ਇੱਕ ਸਵਾਲ ਪੁੱਛ ਕੇ ਅੱਗੇ ਚੱਲ ਪਾਸ ਕਰਕੇ ਤੁਰ ਗਏ ਇੱਕੋ ਸਵਾਲ 'ਤੇ ਹੀ, ਕਿ ਜਿਹੜੀ ਚਮੜੀ ਦੀਆਂ ਬਿਮਾਰੀਆਂ ਨੇ ਸਭ ਤੋਂ ਜਿਹੜੀ ਇਰੀਟੇਟਿੰਗ ਸਿੰਪਟਮ ਹੁੰਦੀ ਇਚਿੰਗ, ਖਾਰਿਸ਼। ਹੁਣ ਖਾਰਿਸ਼ ਨੂੰ ਪਹਿਲਾਂ ਬਿਮਾਰੀ ਦੇ ਤੌਰ 'ਤੇ ਲੈਣ ਦੀ ਬਜਾਏ ਮਤਲਬ ਗੱਲ ਕਰਨ ਦੀ ਤੋਂ ਪਹਿਲਾਂ ਆਪਾਂ ਨੂੰ ਇੱਕ ਗੱਲ ਬਹੁਤ ਜਾਣਨੀ ਜ਼ਰੂਰੀ ਹੈ ਕਿ ਇਚਿੰਗ ਜਿਹੜੀ ਹੈ ਉਹ ਕੁਦਰਤ ਦੀ ਇੱਕ ਉਹ ਨਿਆਮਤ ਹੈ ਜਿਹੜੀ ਕਿ ਸਾਨੂੰ ਚਮੜੀ ਦੇ ਰੋਗਾਂ ਤੋਂ ਜਾਂ ਜੋ ਰੋਗਾਂ ਤੋਂ ਬਚਾਉਣ ਲਈ ਆਉਂਦੀ ਹੈ ਇਚਿੰਗ। ਜਿਵੇਂ ਆਪਾਂ ਅਕਸਰ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਸਾਰੀਆਂ ਅਲਾਮਤਾਂ ਜਿਹੜੀਆਂ ਹੁੰਦੀਆਂ ਨੇ ਇਹ ਕਿਤੇ ਨਾ ਕਿਤੇ ਪ੍ਰੋਟੈਕਟਿਵ ਹੁੰਦੀਆਂ ਨੇ। ਇਹ ਤੁਹਾਨੂੰ ਠੀਕ ਕਰਨ ਵਾਸਤੇ ਹੁੰਦੀਆਂ ਨੇ, ਹੀਲਿੰਗ ਕਰਨ ਲਈ ਹੁੰਦੀਆਂ ਨੇ। ਠੀਕ ਹੈ, ਆਪਾਂ ਉਹਨੂੰ ਬਿਮਾਰੀ ਦੀ ਅਲਾਮਤ ਕਹਿ ਦਿੰਦੇ ਹਾਂ, ਲੇਕਿਨ ਬਿਮਾਰੀ ਅਲੱਗ ਚੀਜ਼ ਹੈ, ਅਲਾਮਤ ਅਲੱਗ ਚੀਜ਼ ਹੈ। ਬਿਮਾਰੀ ਨਾਲ ਲੜਨ ਵਾਸਤੇ ਇਚਿੰਗ ਹੁੰਦੀ ਹੈ। ਖਾਰਿਸ਼ ਜਿਹੜੀ ਹੈ ਬਿਮਾਰੀ ਨਾਲ ਲੜਨ ਵਾਸਤੇ ਹੁੰਦੀ ਹੈ। ਖਾਰਿਸ਼ ਜਿਹੜੀ ਇੱਕ ਲੱਛਣ ਹੈ ਵੀ ਅੱਗੇ ਪ੍ਰੋਬਲਮ ਆਏਗੀ? ਨਹੀਂ, ਖਾਰਿਸ਼ ਇੱਕ ਲੱਛਣ ਨਹੀਂ। ਖਾਰਿਸ਼ ਜਿਹੜੀ ਬਿਮਾਰੀ ਦਾ ਤੋਂ ਸਰੀਰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਲੱਛਣ ਹੈ। ਸਰੀਰ ਬਿਮਾਰੀ ਨਾਲ ਲੜ ਰਿਹਾ ਉਹਦਾ, ਸਰੀਰ ਦੀ ਲੜਾਈ ਦਾ, ਸਾਡੇ ਡਿਫੈਂਸ ਸਿਸਟਮ ਦਾ ਲੱਛਣ ਹੈ ਉਹ, ਨਾ ਕਿ ਬਿਮਾਰੀ ਦਾ। ਤਾਂ ਉਹਦੇ 'ਚ ਜਿਹੜੀਆਂ ਦੋ ਬਿਮਾਰੀਆਂ ਜਿਸ 'ਚ ਸਭ ਤੋਂ ਜ਼ਿਆਦਾ ਬੋਡੀ ਇਚਿੰਗ ਪੈਦਾ ਕਰਦੀ ਹੈ ਉਹ ਹੈਗੀ ਇੱਕ ਤਾਂ ਸਕੇਬੀਜ਼, ਜਿਹਨੂੰ ਆਪਾਂ ਆਮ ਭਾਸ਼ਾ 'ਚ ਪੰਜਾਬੀ 'ਚ ਕਹਿੰਦੇ ਖੁਰਕ ਦੀ ਬਿਮਾਰੀ। ਖੁਰਕ ਪੈ ਜਾਏ ਤੈਨੂੰ, ਆਵਾ ਪੰਜਾਬੀ ਖੁਰਕ ਪੈ ਜਾਏ ਤੈਨੂੰ, ਤਾਂ ਖੁਰਕ ਪੈ ਜਾਂਦੀ ਹੈ। ਉਹ ਕੁੱਤਿਆਂ ਨੂੰ ਵੀ ਤੁਸੀਂ ਦੇਖਿਆ ਹੋਣਾ ਕਈ ਬਹੁਤ ਜ਼ਿਆਦਾ ਖੁਰਕ ਪਈ ਹੁੰਦੀ ਹੈ। ਹਾਂ, ਤਾਂ ਉਹ ਕੁੱਤਿਆਂ ਦੀ ਸਕੇਬੀਜ਼ ਹੁੰਦੀ ਹੈ। ਹਾਲਾਂਕਿ ਕੁੱਤਿਆਂ ਦੀ ਸਕੇਬੀਜ਼ ਬੰਦਿਆਂ ਨੂੰ ਨਹੀਂ ਹੁੰਦੀ, ਮਤਲਬ ਕੁੱਤੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ। ਕੁੱਤੇ ਦੀ ਸਕੇਬੀਜ਼ ਅਲੱਗ ਹੀ ਚੀਜ਼ ਹੈ, ਉਹ ਬੰਦੇ ਨੂੰ ਨਹੀਂ ਹੁੰਦੀ। ਕੁਦਰਤ ਦਾ ਸਿਸਟਮ ਦੇਖੋ ਕਿਆ ਕਮਾਲ ਦਾ ਕਿ ਕੁਦਰਤ ਦੀ ਜਿਹੜੀ ਕੁੱਤੇ ਦੀ ਸਕੇਬੀਜ਼ ਕੁੱਤੇ ਲਈ ਬੜੀ ਹੀ ਭਿਅੰਕਰ ਹੋ ਜਾਂਦੀ, ਸ਼ਕਲ ਲੈ ਜਾਂਦੀ ਕਈ ਵਾਰੀ। ਉਹ ਬੰਦੇ ਨੂੰ ਨਹੀਂ ਹੁੰਦੀ, ਚਾਹੇ ਤੁਹਾਡਾ ਖੁਰਕ ਖਾਧਾ ਕੁੱਤਾ ਤੁਹਾਡੇ ਨਾਲ ਲੱਗੀ ਜਾਵੇ ਤਾਂ ਵੀ ਨਹੀਂ ਹੁੰਦੀ। ਸੋ ਇਨਫੈਕਸ਼ਨ ਦਾ ਜਿਹੜਾ ਇੱਕ ਬੜੀ ਕਮਾਲ ਦੀ ਇਹ ਉਦਾਹਰਨ ਹੈ ਕਿ ਇਨਫੈਕਸ਼ਨ ਆਪਣੇ ਆਪ 'ਚ ਨਹੀਂ ਕੋਈ ਗੱਲ ਹੁੰਦੀ। ਸਵਾਲ ਹੁੰਦੀ ਕਿ ਤੁਹਾਡੀ ਬੋਡੀ ਨਾਲ ਉਹਦਾ ਕੀ ਰਿਸ਼ਤਾ ਬਣਦਾ ਉਸ ਕੀਟਾਣੂ ਦਾ। ਤਾਂ ਉਹ ਜਿਵੇਂ ਕੁੱਤੇ ਦੀ ਖਾਰਿਸ਼ ਬੰਦੇ ਨੂੰ ਨਹੀਂ ਹੁੰਦੀ, ਬੰਦੇ ਦੀ ਖਾਰਿਸ਼ ਦਾ ਕੀਟਾਣੂ ਹੋਰ ਹੁੰਦਾ। ਹਾਲਾਂਕਿ ਦੋਨੋਂ ਉਹ ਕੀਟਾਣੂ ਆਪਸ 'ਚ ਬਹੁਤ ਮਿਲਦੇ ਹੈ। ਬੰਦੇ ਦੀ ਖਾਰਿਸ਼ ਕੁੱਤੇ ਨੂੰ ਹੋ ਜਾਂਦੀ ਹੈ ਨਾ, ਦੋਨੋਂ ਪਾਸੇ ਨਹੀਂ ਹੁੰਦੀ। ਬੰਦੇ ਦੀ ਕੁੱਤੇ ਨੂੰ ਹੁੰਦੀ, ਕੁੱਤੇ ਦੀ ਬੰਦੇ ਨੂੰ ਨਹੀਂ ਹੁੰਦੀ। ਸੋ ਕੁੱਤੇ ਦੀ ਸਕੇਬੀਜ਼ ਅਤੇ ਬੰਦੇ ਦੀ ਸਕੇਬੀਜ਼ ਅਲੱਗ ਨੇ। ਸੋ ਸਕੇਬੀਜ਼ ਇੱਕ ਹੈ ਅਤੇ ਦੂਜਾ ਹੁੰਦਾ ਦਾਦ। ਚੰਬਲ ਹੋਰ ਚੀਜ਼ ਹੈ। ਚੰਬਲ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਚੰਬਲ ਤਾਂ ਐਗਜ਼ੀਮਾ ਨੂੰ ਕਹਿ ਦਿੰਦੇ ਆ। ਤਾਂ ਉਹ ਛੂਤ ਦੀ ਬਿਮਾਰੀ ਨਹੀਂ ਹੈਗੀ। ਲੇਕਿਨ ਜਿਹੜੀ ਦਰਦਾਂ ਨੇ ਇਹ ਫੰਗਸ ਹੁੰਦੀ ਹੈ। ਅਤੇ ਜਿਹੜੀ ਸਕੇਬੀਜ਼ ਹੁੰਦੀ ਹੈ ਇੱਕ ਛੋਟਾ ਜਿਹਾ ਪੈਰਾਸਾਈਟ ਹੁੰਦਾ। ਉਹ ਵੈਸੇ ਤਾਂ ਜੇ ਧਿਆਨ ਨਾਲ ਦੇਖੋ ਤਾਂ ਨਿੱਕਾ ਜਿਹਾ ਹੁੰਦਾ ਬਹੁਤ। ਜੇ ਤੁਸੀਂ ਬਹੁਤ ਬਰੀਕੀ ਨਾਲ ਦੇਖੋਗੇ ਤਾਂ ਸ਼ਾਇਦ ਦਿਖ ਵੀ ਜਾਵੇ ਉਹ, ਲੇਕਿਨ ਇੰਨਾ ਛੋਟਾ ਹੁੰਦਾ ਕਿ ਉਹਨੂੰ ਨੰਗੀ ਅੱਖ ਨਾਲ ਦਿਖਦਾ ਨਹੀਂ ਹੈ। ਲੇਕਿਨ ਥੋੜ੍ਹਾ ਜਿਹਾ ਅਗਰ 10 ਗੁਣਾ ਵੀ ਉਹਨੂੰ ਵੱਡਾ ਕਰਕੇ ਦੇਖਾਂਗੇ ਤਾਂ ਫਿਰ ਦਿਖ ਜਾਏਗਾ। ਤਾਂ ਉਹ ਮਤਲਬ ਪੈਰਾਸਾਈਟ ਹੈ। ਸੋ
ਪੈਰਾਸਾਈਟ ਦਾ ਮਤਲਬ ਹੁੰਦਾ ਨੰਗੀ ਅੱਖ ਨਾਲ ਨਹੀਂ, ਪੈਰਾਸਾਈਟ ਹੁੰਦਾ ਹੈ ਕਿ ਜਿਹੜਾ ਦੂਜੀ ਚਮੜੀ ਦੇ ਉੱਪਰ ਜਾ ਕੇ ਉਹ ਸਾਡੇ ਫੂਡ 'ਤੇ ਸਰਵਾਈਵ ਕਰਦਾ। ਪੈਰਾਸਾਈਟ ਤੁਹਾਨੂੰ ਕਹਿ ਦਿੰਦੇ ਆ ਪਰਜੀਵੀ, ਜਿਹਦੇ ਬਾਰੇ ਬੜਾ ਵੱਡਾ ਰੌਲਾ ਵੀ ਪਿਆ, ਪ੍ਰਧਾਨ ਮੰਤਰੀ ਨੇ ਵੀ ਕਿਸਾਨਾਂ ਨੂੰ ਕਹਿ ਦਿੱਤਾ ਪਰਜੀਵੀ। ਤਾਂ ਪੈਰਾਸਾਈਟ ਦਾ ਮਤਲਬ ਪਰਜੀਵੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਉਹ ਜੇ ਧਿਆਨ ਨਾਲ ਦੇਖੋਗੇ ਤਾਂ ਹਲਕਾ ਜਿਹਾ ਸਪੈਕ ਜਾਂ ਨੰਗੀ ਅੱਖ ਨਾਲ ਵੀ ਦਿਖ ਜਾਏਗਾ। ਉਹ ਮਾਈਕਰੋਸਕੋਪਿਕ ਨਹੀਂ ਹੈ, ਉਹਨੂੰ ਮਾਈਕਰੋਸਕੋਪਿਕ ਨਹੀਂ ਕਹਿਣਾ ਚਾਹੀਦਾ, ਲੇਕਿਨ ਇੰਨਾ ਛੋਟਾ ਹੈ ਕਿ ਤੁਸੀਂ ਆਸਾਨੀ ਨਾਲ ਨਹੀਂ ਦਿਖਦਾ। ਉਹ ਜੇ ਕਿਤੇ ਤੁਹਾਡੇ ਸਾਹਮਣੇ ਕੋਈ ਰੱਖ ਦੇਵੇ ਕੱਢ ਕੇ ਤਾਂ ਨਿੱਕਾ ਜਿਹਾ ਜਿਵੇਂ ਪਿੰਡ ਦਾ ਡਾਟ ਜਿਹਾ ਲੱਗਿਆ ਹੁੰਦਾ ਇੰਨਾ ਕੁ ਦਿਖਦਾ ਉਹ। ਤਾਂ ਉਹ ਬੈਕਟੀਰੀਆ ਵਰਗਾ ਜਾਂ ਵਾਇਰਸ ਵਰਗਾ ਸੂਖਮ ਨਹੀਂ, ਬੈਕਟੀਰੀਆ ਨੂੰ ਦੇਖਣ ਲਈ 300 ਗੁਣਾ ਵੱਡਾ ਕਰਨਾ ਪੈਂਦਾ। ਜੇ ਬੈਕਟੀਰੀਆ ਨੂੰ ਦੇਖਣਾ ਹੋਵੇ 300 ਗੁਣਾ ਵੱਡਾ ਕਰਾਂਗੇ ਤਾਂ ਦਿਖੇਗਾ ਉਹ, ਲੇਕਿਨ ਇਹਨੂੰ 10 ਗੁਣਾ ਵੱਡਾ ਕਰਾਂਗੇ ਤਾਂ ਦਿਖ ਜੂਗਾ ਆਰਾਮ ਦਾ। ਇੱਕ ਤਾਂ ਇਹ ਦੋ ਬਿਮਾਰੀਆਂ ਤਾਂ ਇਹ ਹੋ ਗਈਆਂ, ਫੰਗਸ ਅਤੇ ਸਕੇਬੀਜ਼। ਤੀਸਰੀ ਬਿਮਾਰੀ ਅਗਰ ਆਪਾਂ ਛੂਤ ਦੀ ਲਾਈ ਜਿਹੜੀ ਕਿ ਅੱਗੇ ਤੋਂ ਅੱਗੇ ਉਸ ਦੀ ਹੋ ਗਈ ਇੱਕ ਫੋੜੇ ਫਿੰਸੀਆਂ। ਸੋ ਸਕਿਨ ਦੀਆਂ ਬਿਮਾਰੀਆਂ 'ਚ ਮੈਂ ਤਾਂ ਸਮਝਦਾ ਕਿ ਆਪਾਂ ਛੋਟੀ ਵੀਡੀਓ 'ਚ ਦੋ 'ਤੇ ਹੀ ਫੋਕਸ ਕਰੀਏ ਕਿ ਇੱਕ ਤਾਂ ਸਕੇਬੀਜ਼ ਅਤੇ ਇੱਕ ਦੱਦਾਂ। ਹੋਰ ਵੀ ਤਾਂ ਹੁੰਦਾ ਨਾ ਵੀ ਜੇ ਆਪਾਂ ਬੋਡੀ ਦੇ ਵਿੱਚੋਂ ਦੀ ਉਹ ਰਸ ਜਾਂ ਨਿਕਲਣ, ਪਾਣੀ ਜਾਂ ਨਿਕਲਣ ਲੱਗ ਜਾਂਦਾ ਤੇ ਉਹ ਵੀ ਤਾਂ ਛੂਤ ਦੀ ਬਿਮਾਰੀ ਨਹੀਂ ਦੀ, ਉਹ ਐਗਜ਼ੀਮਾ ਕਹਿੰਦੇ ਉਹਨੂੰ। ਐਗਜ਼ੀਮਾ ਬੇਸਿਕਲੀ ਆਟੋਮਿਊਨ ਡਿਸਆਰਡਰ ਹੈ ਜਾਂ ਐਲਰਜੀ ਹੈ। ਉਹ ਖਾਰਿਸ਼ ਕਰਦੇ ਹਾਂ ਜਦੋਂ ਅਸੀਂ, ਤਾਂ ਉਹਦੇ ਜਦੋਂ ਪਾਣੀ ਨਿਕਲਣ ਲੱਗ ਜਾਂਦਾ ਉਹਨੂੰ ਅਸੀਂ ਕਹਿੰਦੇ ਹਾਂ ਐਗਜ਼ੀਮਾ ਦਾ ਮਤਲਬ ਹੁੰਦਾ ਕਿ ਖਾਰਿਸ਼ ਵੀ ਹੋ ਰਹੀ ਹੈ, ਉੱਥੇ ਦੇਖਣ ਨੂੰ ਵੀ ਚਮੜੀ ਕਾਲੀ ਜਾਂ ਲਾਲ ਜਾਂ ਕੁਛ ਨਾ ਕੁਛ ਹੈ, ਤੇ ਉਹਦੇ 'ਚ ਪਾਣੀ ਵੀ ਨਿਕਲਦਾ। ਜਦੋਂ ਖੁਰਕਦੇ ਹਾਂ ਤਾਂ ਥੋੜ੍ਹਾ ਪਾਣੀ ਦਿਸਦਾ। ਇੱਕ ਕੋਡ ਵੀ ਹੁੰਦਾ ਲੈਪਰੇਸੀ। ਉਹ ਲੈਪਰੇਸੀ, ਹਾਂ ਲੈਪਰੇਸੀ ਜਿਹੜੀ ਹੈ ਬੜੀ ਰੇਅਰ ਹੈ, ਇਸ ਕਰਕੇ ਆਪਾਂ ਹੈ ਉਹ ਵੀ ਛੂਤ ਦੀ ਬਿਮਾਰੀ ਹੈ, ਲੇਕਿਨ ਉਹ ਬੜੀ ਰੇਅਰ ਹੈ। ਆਮ ਤੌਰ 'ਤੇ ਉਹਨਾਂ ਬੰਦਿਆਂ ਨੂੰ ਹੁੰਦੀ ਹੈ ਜਿਹੜੇ ਕਿ ਲੈਪਰੇਸੀ ਦੇ ਕਿਸੇ ਮਰੀਜ਼ ਨਾਲ ਬਹੁਤ ਲੰਬਾ ਸਮਾਂ ਕੰਟੈਕਟ 'ਚ ਰਹਿਣ। ਆਮ ਤੌਰ 'ਤੇ ਜਲਦੀ ਨਹੀਂ ਹੁੰਦੀ ਉਹ ਸੀਮਤ ਜਿਹੇ ਪਰਿਵਾਰਾਂ 'ਚ ਹੀ ਹੁੰਦੀ ਹੈ, ਸੀਮਤ ਜਿਹੇ ਥਾਵਾਂ 'ਤੇ ਹੁੰਦੀ ਹੈ, ਲੇਕਿਨ ਫਿਰ ਵੀ ਹੋ ਸਕਦੀ ਕਦੇ ਕਿਤੇ। ਲੈਪਰੇਸੀ ਵੀ ਹੁਣ ਅੱਜ ਕੱਲ੍ਹ ਜਿਹੜੀ ਹੈ ਉਹ ਹੋਣ ਲੱਗੀ, ਲੇਕਿਨ ਉਹਦਾ ਨੈਸ਼ਨਲ ਪ੍ਰੋਗਰਾਮ ਹੈ ਹੁਣ ਆਮ ਤੌਰ 'ਤੇ ਕਾਫੀ ਘੱਟ ਰਹੀ ਹੈ। ਸੋ ਆਪਾਂ ਦੋ ਬਿਮਾਰੀਆਂ 'ਤੇ ਫੋਕਸ ਕਰਦੇ ਹਾਂ, ਸਕੇਬੀਜ਼ 'ਤੇ ਦੱਦਾਂ 'ਤੇ। ਸੋ ਸਕੇਬੀਜ਼ ਜਿਹੜੀ ਹੈ ਉਹ ਸਰਦੀਆਂ 'ਚ ਜ਼ਿਆਦਾ ਹੁੰਦੀ ਹੈ ਅਤੇ ਦੱਦਾਂ ਗਰਮੀਆਂ ਜ਼ਿਆਦਾ ਹੁੰਦੀਆਂ ਨੇ। ਦੋਨਾਂ ਬਿਮਾਰੀਆਂ ਦਾ ਸੀਜ਼ਨਲ ਵੇਰੀਏਸ਼ਨ ਹੈ। ਕੋਈ ਵੀ ਫੰਗਸ ਹੈ ਉਹ ਉੱਥੇ ਹੁੰਦੀ ਹੈ ਜਿੱਥੇ ਗਿੱਲਾ ਹੋਵੇ, ਸਿੱਲ ਹੋਵੇ, ਅਤੇ ਸਿੱਲ ਗਰਮੀਆਂ 'ਚ ਹੁੰਦੀ ਕਿਉਂਕਿ ਪਸੀਨਾ ਆਉਂਦਾ। ਤਾਂ ਜਦੋਂ ਵੀ ਗਰਮੀਆਂ ਦੇ ਅੰਦਰ ਸਾਨੂੰ ਪਸੀਨਾ ਆਏਗਾ ਤਾਂ ਫੰਗਸ ਹੋ ਜਾਏਗੀ। ਹੁਣ ਫੰਗਸ ਹੋਣ ਦੇ ਕਾਮਨ ਸਾਈਟਸ ਕਿਹੜੀਆਂ ਨੇ? ਜਾਂ ਤਾਂ ਸਾਡੀਆਂ ਨਲਾਂ 'ਚ ਹੋਏਗੀ, ਕਿਉਂਕਿ ਨਲਾਂ 'ਚ ਜੇ ਨਹੀਂ ਨਮੀ ਵੀ ਹੁੰਦੀ ਹੈ, ਅਤੇ ਉਹ ਦੋ ਹਿੱਸੇ ਇੱਕ ਆਪਸ 'ਚ ਮਿਲਦੇ ਹੈ, ਅਤੇ ਉੱਥੇ ਉਹ ਕਿਉਂਕਿ ਜਦੋਂ ਦੋ ਹਿੱਸੇ ਆਪਸ 'ਚ ਮਿਲਦੇ ਤਾਂ ਉੱਥੇ ਕੁਦਰਤੀ ਗੱਲ ਪਸੀਨਾ ਜ਼ਿਆਦਾ ਲੰਬਾ ਸਮਾਂ ਨਮੀ ਰਹੇਗੀ। ਤਾਂ ਫੰਗਸ ਨੂੰ ਗਰੋ ਕਰਨ ਲਈ ਨਮੀ ਚਾਹੀਦੀ ਹੈ ਅਤੇ ਫੂਡ ਚਾਹੀਦਾ, ਅਤੇ ਥੋੜ੍ਹਾ ਜਿਹਾ ਟੈਂਪਰੇਚਰ ਵੀ ਜ਼ਿਆਦਾ ਚਾਹੀਦਾ। ਮਤਲਬ ਬਹੁਤੀ ਠੰਡ 'ਚ ਨਹੀਂ ਹੋ ਸਕਦੀ ਹੈ, ਬਹੁਤੀ ਠੰਡ 'ਚ ਇਹਦੀ ਮਲਟੀਪਲੀਕੇਸ਼ਨ ਨਹੀਂ ਹੁੰਦੀ ਫੰਗਸ ਦੀ। ਸਕੇਬੀਜ਼ ਉਲਟਾ ਹੈ। ਸਕੇਬੀਜ਼ ਕਿਉਂਕਿ ਸਰਦੀਆਂ 'ਚ ਵੈਸੇ ਤਾਂ ਸਕੇਬੀਜ਼ ਸਾਰਾ ਸਾਲ ਹੁੰਦੀ ਰਹਿੰਦੀ ਹੈ, ਕੋਈ ਐਸੀ ਗੱਲ ਨਹੀਂ, ਲੇਕਿਨ ਸਰਦੀਆਂ 'ਚ ਕਿਉਂਕਿ ਅਸੀਂ ਕਦੇ ਇਹਦੇ ਨੇੜੇ ਹੋ ਕੇ ਬੈਠਦੇ ਹਾਂ ਬਹੁਤ ਜ਼ਿਆਦਾ, ਇੱਕ ਮੰਜੇ 'ਚ ਆਮ ਤੌਰ 'ਤੇ ਪੁਰਾਣਾ ਕਲਚਰ ਹੁੰਦਾ ਸੀ ਕਿ ਮੰਜੇ ਦੋ ਤਿੰਨ ਜਣੇ ਕੁਛ ਜਾਂਦੇ ਇੱਕੋ ਬਿਸਤਰੇ 'ਚ, ਤਾਂ ਉਦੋਂ ਇਸ ਕਰਕੇ ਫਿਰ ਸਕੇਬੀਜ਼ ਜਿਹੜੀ ਹੈ ਉਹ ਸਰਦੀਆਂ 'ਚ ਜ਼ਿਆਦਾ ਹੁੰਦੀ ਹੈ, ਕਿਉਂਕਿ ਕੱਪੜੇ ਜ਼ਿਆਦਾ ਪਾਏ ਹੁੰਦੇ ਆ, ਨਹਾਉਣ ਦੋ ਆਪਾਂ ਵਾਰੀ ਨਹਾ ਨਹੀਂ ਸਕਦੇ ਆਪਾਂ ਗਰਮੀਆਂ 'ਚ ਦੋ ਤਿੰਨ ਵਾਰੀ ਨਹਾਈ ਜਾਂਦੇ ਹਾਂ, ਉਸ ਕਰਕੇ। ਤਾਂ ਸਰਦੀਆਂ 'ਚ ਕੋਈ ਨਹਾਉਣਾ ਵੀ ਘੱਟ ਹੁੰਦਾ, ਤਾਂ ਸਕੇਬੀਜ਼ ਜ਼ਿਆਦਾ ਹੁੰਦੀ ਹੈ। ਦੂਜੀ ਗੱਲ ਜਿਹੜੀ ਸਕੇਬੀਜ਼ ਦੀ ਮੇਨ ਪ੍ਰੋਬਲਮ ਜਿਹੜੀ ਆ ਰਹੀ ਹੈ ਹੁਣ, ਜੇ ਮੈਂ ਸਕੇਬੀਜ਼ ਨੂੰ ਦੇਖ ਰਿਹਾ ਪਿਛਲੇ 50 ਸਾਲ ਤੋਂ। ਮਾਫੀ ਚਾਹੁੰਦਾ ਤੁਹਾਨੂੰ, ਮੈਂ ਦਰਸ਼ਕਾਂ ਨੂੰ ਪੂਰਾ ਧਿਆਨ ਲਿਆ ਕੇ ਉੱਥੇ ਫੋਕਸ ਕਰਾਉਣਾ ਚਾਹੁੰਦਾ। ਕੀ ਹੈ ਖਾਰਿਸ਼ ਹੋਈ, ਮਤਲਬ ਕੀ ਹੋਇਆ ਅੰਦਰ, ਕਿੱਥੋਂ ਕੀ ਚੱਲਿਆ ਜਿਹਦੇ ਆਪਾਂ ਨੂੰ ਇਚਿੰਗ ਹੋਣੀ ਸ਼ੁਰੂ ਹੋ ਗਈ, ਉਹ ਥੋੜ੍ਹਾ ਜਿਹਾ ਸਮਝਾਵਾਂਗੇ ਆਪਾਂ। ਖਾਰਿਸ਼ ਦਾ ਮਤਲਬ ਇਹ ਹੁੰਦਾ ਹੈ ਕੁਲਵੰਤ ਜੀ, ਜਦੋਂ ਖਾਰਿਸ਼ ਹੁੰਦੀ ਹੈ ਤਾਂ ਇਹਦਾ ਮਤਲਬ ਤੁਹਾਡੀ ਚਮੜੀ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਆ ਗਈ ਹੈ ਜਿਹੜੀ ਕਿ ਇਹੋ ਜਿਹੇ ਟੌਕਸਿਨ ਪੈਦਾ ਕਰ ਰਹੀ ਹੈ ਜਿਹੜੇ ਉਹਨੂੰ ਇਰੀਟੇਟ ਕਰ ਰਹੇ ਆ, ਛੇੜ ਰਹੇ ਉਹਨੂੰ, ਉਹਦੇ ਸਾਡੇ ਟਿਸ਼ੂਜ਼ ਨੂੰ। ਅਤੇ ਉਸ ਟਿਸ਼ੂ ਦੇ ਰਿਸਪੌਂਸ 'ਚ ਬਾਡੀ ਕੀ ਕਰਦੀ ਹੈ, ਉਸ ਨੂੰ ਲੜਨ ਲਈ ਬਿਮਾਰੀ ਨੂੰ ਹਿਸਟਾਮਿਨ ਨਾਂ ਦੀ ਚੀਜ਼ ਜਿਹੜੀ ਆ ਉਹਨੂੰ ਲਿਆ ਕੇ ਸਕਰੀਟ ਕਰਦੀ ਹੈ। ਐਂਟੀ ਹਿਸਟਾਮਾਈਨ ਆਪਾਂ ਹਿਸਟਾਮਿਨ ਜਿੱਥੇ ਵੀ ਆ ਗਈ ਤਾਂ ਉੱਥੇ ਖਾਰਿਸ਼ ਹੋਏਗੀ। ਹੁਣ ਹਿਸਟਾਮਿਨ ਜਿਹੜੀ ਕੀ ਹੈ, ਹਿਸਟਾਮਿਨ ਕੋਈ ਉਹ ਨਹੀਂ ਕਰ ਰਿਹਾ, ਬਿਮਾਰੀ ਥੋੜ੍ਹਾ ਪੈਦਾ ਕਰ ਰਹੀ ਹਿਸਟਾਮਿਨ ਬਾਡੀ ਦਾ ਡਿਫੈਂਸ ਸਿਸਟਮ ਪੈਦਾ ਕਰ ਰਿਹਾ। ਕਾਹਦੇ ਵਾਸਤੇ? ਤੁਹਾਡੀ ਉਸ ਬਿਮਾਰੀ ਨਾਲ ਲੜਨ ਵਾਸਤੇ। ਕਿਉਂਕਿ ਜਿੱਥੇ ਕਿਤੇ ਬਿਮਾਰੀ ਆ ਗਈ ਹੈ, ਮੰਨ ਲਓ ਸਕੇਬੀਜ਼ ਆ ਗਈ ਜਾਂ ਫੰਗਸ ਆ ਗਈ ਹੈ, ਤਾਂ ਉੱਥੇ ਬਾਡੀ ਚਾਹੁੰਦੀ ਹੈ ਕਿ ਖੂਨ ਪਹੁੰਚੇ,
ਜ਼ਿਆਦਾ ਖੂਨ ਪਹੁੰਚੇ ਤਾਂ ਕਿ ਉਹਨੂੰ ਉੱਥੇ ਹੀ ਰੋਕਿਆ ਜਾਵੇ। ਕਿਉਂਕਿ ਇਹ ਪ੍ਰੋਬਲਮ ਇਹ ਹੁੰਦੀ ਹੈ ਕਿ ਕੋਈ ਵੀ ਇਨਫੈਕਸ਼ਨ ਜਿਹੜੀ ਹੈ ਉਹ ਇੱਕ ਥਾਂ ਤੋਂ ਸ਼ੁਰੂ ਹੋ ਕੇ ਫਿਰ ਸਾਰੇ ਬਾਡੀ 'ਚ ਫੈਲਣ ਦੀ ਸਮਰੱਥਾ ਰੱਖਦੀ ਹੁੰਦੀ ਹੈ। ਜਦੋਂ ਸਾਡਾ ਸਰੀਰ ਦੀ ਜਿਹੜੀ ਇਮਿਊਨਿਟੀ ਹੁੰਦੀ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਇਹ ਇਨਫੈਕਸ਼ਨ ਆ ਗਈ ਹੁਣ ਇਹ ਉਹ ਸਾਡੇ ਪੂਰੀ ਬਾਡੀ ਦੇ ਸੈਂਟਰ ਨਰਵਸ ਸਿਸਟਮ ਨੂੰ ਪੂਰੇ ਸੁਨੇਹਾ ਪਹੁੰਚ ਜਾਂਦਾ ਵੀ ਸਾਡੀ ਬਾਡੀ 'ਚ ਫਲਾਣੀ ਥਾਂ 'ਤੇ ਕੋਈ ਚੀਜ਼ ਘੁਸ ਰਹੀ ਹੈ ਜਿਹੜੀ ਕਿ ਖਤਰਾ ਹੋ ਸਕਦੀ ਹੈ। ਪੂਰੇ ਜਸੂਸ ਨੇ ਸਾਡੇ ਬੜੇ ਐਫੀਸ਼ੀਐਂਟ ਜਸੂਸ ਨੇ ਉਹ ਨਾਲ ਦੀ ਨਾਲ ਸੁਨੇਹਾ ਦੇ ਦਿੰਦੇ ਆ ਵੀ ਇਸ ਥਾਂ 'ਤੇ ਕੋਈ ਕੀਟਾਣੂ ਕੋਈ ਪੈਰਾਸਾਈਟ ਕੋਈ ਫੰਗਸ ਘੁਸਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਡੀ ਕੀ ਕਰਦੀ ਉਹਨੂੰ ਬਾਡੀ ਉੱਥੇ ਦੀ ਉੱਥੇ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਅੰਦਰ ਬਾਡੀ ਦਾ ਜਿਹੜਾ ਨੇਚਰ ਦਾ ਇੱਕ ਬਹੁਤ ਕਮਾਲ ਦਾ ਸਿਸਟਮ ਹੈ ਕਿ ਤੁਹਾਡੇ ਵਾਈਟਲ ਆਰਗਨ ਨੂੰ ਉਹਨੇ ਬਚਾਉਣਾ। ਦਿਲ ਹੈ, ਫੇਫੜੇ ਹੈ, ਬ੍ਰੇਨ ਹੈ, ਗੁਰਦੇ ਨੇ, ਜਿਹੜੇ ਵਾਈਟਲ ਆਰਗਨ ਦੇ ਸਿਰ 'ਤੇ ਬੰਦਾ ਜੇ ਉਹ ਕੰਮ ਉਹਨਾਂ ਦੇ ਉੱਪਰ ਅਟੈਕ ਹੋ ਜੇ ਤਾਂ ਬੰਦਾ ਮਰ ਸਕਦਾ। ਸੋ ਕੁਦਰਤ ਪ੍ਰੋ ਸਰਵਾਈਵਲ ਹੁੰਦੀ ਹੈ। ਕੁਦਰਤ ਉਹਨਾਂ ਅੰਗਾਂ ਨੂੰ ਬਚਾਉਣ ਵਾਸਤੇ ਫਿਰ ਉਹ ਪੂਰੇ ਦਾ ਪੂਰਾ ਆਪਣਾ ਸਿਸਟਮ ਐਫੀਸ਼ੀਐਂਟ ਕਰ ਦਿੰਦੀ ਹੈ। ਅਤੇ ਉਹਦੇ ਜਦੋਂ ਸਕਿਨ ਦੀ ਆਪਾਂ ਗੱਲ ਕਰੀਏ ਸਕਿਨ 'ਚ ਜਦੋਂ ਮੰਨ ਲਓ ਕੀਟਾਣੂ ਸਕੇਬੀਜ਼ ਦਾ ਕੀਟਾਣੂ ਅਸੀਂ ਕਿਸੇ ਬੰਦੇ ਦੇ ਨਾਲ ਸੁੱਤੇ ਜਾਂ ਸਾਡਾ ਬੱਚਾ ਕੋਈ ਚੱਕ ਲਿਆ ਜਾਂ ਸਾਡਾ ਬੱਚਾ ਸਕੂਲੋਂ ਬਹੁਤ ਬਿਮਾਰੀ ਲੈ ਆਇਆ ਤਾਂ ਜਦੋਂ ਅਸੀਂ ਉਹਨੂੰ ਚੱਕਿਆ ਤਾਂ ਸੋ ਸਾਡੇ 'ਚ ਕੀਟਾਣੂ ਆ ਗਿਆ। ਕੀਟਾਣੂ ਨੇ ਆ ਕੇ ਚਮੜੀ 'ਚ ਘਰ ਬਣਾ ਕੇ ਉਹਨੇ ਵਧਣਾ ਫੁੱਲਣਾ ਸ਼ੁਰੂ ਕਰਤਾ। ਤਾਂ ਜਦੋਂ ਵਧਣਾ ਫੁੱਲਣਾ ਸ਼ੁਰੂ ਕੀਤਾ ਤਾਂ ਕੁਝ ਦਿਨਾਂ ਬਾਅਦ ਹਰ ਕੀਟਾਣੂ ਦੇ ਵਧਣ ਫੁੱਲਣ ਦੀ ਇੱਕ ਮਾਤਰਾ ਚਾਹੀਦੀ ਹੁੰਦੀ ਹੈ। ਉਹ ਦਿਨ ਵੀ ਅਲੱਗ-ਅਲੱਗ ਹੁੰਦੇ ਆ। ਤਾਂ ਉਹਨੇ ਦਿਨਾਂ ਬਾਅਦ ਉਹ ਇੱਕ ਉਹਦਾ ਨੰਬਰ ਹੈ ਉਹਨਾਂ ਕੀਟਾਣੂਆਂ ਦਾ ਇੰਨਾ ਜ਼ਿਆਦਾ ਹੋ ਜਾਏਗਾ ਕਿ ਉਹ ਤੁਹਾਡੇ ਲਈ ਇੱਕ ਬਾਡੀ ਦੇ ਡਿਫੈਂਸ ਸਿਸਟਮ ਨੂੰ ਸੁਨੇਹਾ ਦੇਣਾ ਸ਼ੁਰੂ ਕਰ ਦੇਗਾ ਵੀ ਇੱਥੇ ਕੋਈ ਗੜਬੜ ਹੋ ਰਹੀ ਹੈ। ਅਤੇ ਜਦੋਂ ਗਿਆ ਸੁਨੇਹਾ ਤਾਂ ਫਿਰ ਬਾਡੀ ਕੀ ਕਰਦੀ ਹੈ ਉੱਥੇ ਹਿਸਟਾਮਿਨ ਭੇਜਦੀ ਹੈ ਚਮੜੀ 'ਚ। ਚਮੜੀ ਦਾ ਸਿਸਟਮ ਹਿਸਟਾਮਿਨ ਨਾਲ ਜੁੜਿਆ ਹੋਇਆ। ਹਿਸਟਾਮਿਨ ਕੀ ਕਰਦਾ ਜਾ ਕੇ? ਹਿਸਟਾਮਿਨ ਦਾ ਕੰਮ ਹੁੰਦਾ ਕਿ ਖੂਨ ਦੀਆਂ ਜਿਹੜੀਆਂ ਉੱਥੋਂ ਦੀਆਂ ਨਾੜਾਂ ਨੂੰ ਖੋਲ੍ਹ ਦਿੰਦਾ। ਉਹ ਖੋਲ੍ਹਣ ਵਾਸਤੇ ਖੁਰਕ ਜਿਹੜੀ ਹੈ ਉਹਨੂੰ ਯੂਜ਼ ਕਰਦਾ। ਉਹ ਇਹੋ ਜਿਹਾ ਸਬਸਟੈਂਸ ਹਿਸਟਾਮਿਨ ਉਹ ਸਬਸਟੈਂਸ ਹੈ ਜਿਹਦੇ ਨਾਲ ਤੁਹਾਡੀ ਖੁਜਲੀ ਹੋਏਗੀ ਤੁਹਾਨੂੰ। ਤਾਂ ਖੁਜਲੀ ਜਦੋਂ ਹੋਏਗੀ ਤਾਂ ਕੀ ਹੋਏਗਾ ਉਹ ਸਾਡੀ ਖੂਨ ਦੀ ਨਾੜਾਂ ਹੋਰ ਜ਼ਿਆਦਾ ਜਦੋਂ ਆਪਾਂ ਰੱਬ ਕੀਤਾ ਤਾਂ ਉਹ ਉੱਥੋਂ ਲਾਲ ਹੋ ਕੇ ਲਾਲੀ 'ਚ ਆ ਜਾਣਗੀਆਂ। ਤਾਂ ਉਹਦਾ ਹਿਸਟਾਮਿਨ ਉਹਦਾ ਕੁਦਰਤ ਦਾ ਮੈਕੈਨਿਜ਼ਮ ਇਹੋ ਜਿਹਾ ਕਿ ਹਿਸਟਾਮਿਨ ਜਿਹੜੀ ਹੈ ਉਹ ਆ ਕੇ ਤੁਹਾਡੀਆਂ ਖੂਨ ਦੀਆਂ ਨਾੜਾਂ ਨੂੰ ਖੋਲ੍ਹੇਗੀ ਅਤੇ ਖੂਨ ਰਸ਼ ਕਰੇਗਾ ਉੱਥੇ ਫਟਾਫਟ ਉੱਥੇ ਆਏਗਾ ਤਾਂ ਖੂਨ ਦੇ ਅੰਦਰ ਸਾਰਾ ਸਿਸਟਮ ਉਹ ਡਿਫੈਂਸ ਵਾਲਾ ਕਾਇਮ ਹੈ। ਅਤੇ ਉਹਨੇ ਡਿਫੈਂਸ ਕਰਨਾ ਉਹਨੇ ਤਾਂ ਉਹ ਡਿਫੈਂਸ ਕਰੇਗਾ। ਖੂਨ ਡਿਫੈਂਸ ਕਰੇਗਾ। ਡਿਫੈਂਸ ਦੇ ਵਿੱਚ ਕੀ ਖੂਨ ਦੇ ਅੰਦਰ ਸਾਰੇ ਸੈੱਲ ਨੇ ਹੋਰ ਨੇ ਉਹ ਲੜਨਗੇ ਉਹਦੇ ਬਿਮਾਰੀ ਨਾਲ ਅਤੇ ਉਹਨੂੰ ਉੱਥੇ ਹੀ ਰੋਕ ਲੈਣਗੇ। ਜੇ ਤਾਂ ਹੁਣ ਹਲਕੀ ਫੁਲਕੀ ਹੈ ਫਿਰ ਤਾਂ ਉਸ ਬਾਡੀ ਆਪਣੇ ਆਪ ਡੀਲ ਕਰ ਲੈਂਦੀ ਹੈ। ਸੋ ਇਹਨਾਂ ਸਾਰੀਆਂ ਬਿਮਾਰੀਆਂ 'ਚ ਇੱਦਾਂ ਹੁੰਦਾ ਹੈ ਕਿ ਜੇ ਮੰਨ ਲਓ 100 ਬੰਦਿਆਂ 'ਚ ਉਹ ਕੀਟਾਣੂ ਆਇਆ ਉਹ ਬੰਦੇ ਦੀ ਇਮਿਊਨਿਟੀ ਵਾਹਵਾ ਤਕੜੀ ਸੀਗੀ ਉਹਨੇ ਉੱਥੇ ਹੀ ਉਹਨੂੰ ਦੱਬ ਲਿਆ। ਬੰਦੇ ਨੂੰ ਬਸ ਮਾੜਾ ਮੋਟਾ ਜਿਹਾ ਪਤਾ ਲੱਗਿਆ ਜਾਂ ਨਾ ਲੱਗਿਆ ਤਾਂ ਉਸ ਤੋਂ ਬਾਅਦ ਉਹ ਗੱਲ ਖਤਮ ਹੀਲਡ। ਕੁਛ ਬੰਦੇ ਹੁੰਦੇ ਹੈ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ ਜਾਂ ਉਹ ਲਗਾਤਾਰ ਉਹਨਾਂ ਦੇ ਜਿਹੜੇ ਹਾਲਾਤ ਨੇ ਉੱਦਾਂ ਦੇ ਬਣੇ ਹੋਏ ਹੈ। ਮੰਨ ਲਓ ਦੰਦਾਂ ਲਈ ਉਹ ਚਾਹੀਦੀ ਹੈ ਸਿੱਲ ਚਾਹੀਦੀ ਹੈ। ਜੇ ਲਗਾਤਾਰ ਕੋਈ ਬੰਦਾ ਹੱਥ ਗਿੱਲੇ ਰੱਖੀ ਜਾਂਦਾ ਹੈ ਪੈਰ ਗਿੱਲੇ ਰੱਖੀ ਜਾਂਦਾ ਹੈ ਜਾਂ ਨਹਾ ਕੇ ਕੰਨ ਨਹੀਂ ਸਾਫ਼ ਕਰਦਾ ਕੰਨਾਂ 'ਚ ਫੰਗਸ ਹੋ ਜਾਂਦੀ ਹੈ। ਸੋ ਜਿੱਥੇ ਵੀ ਤੁਸੀਂ ਸੈੱਲ ਨੂੰ ਲੰਬਾ ਸਮਾਂ ਰੱਖੋਗੇ ਉੱਥੇ ਹੀ ਫੰਗਸ ਗਰੋ ਕਰ ਜਾਏਗੀ। ਔਰ ਫੰਗਸ ਗਰੋ ਕਰਨ ਵਾਸਤੇ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਫੰਗਸ ਕਿਸੇ ਬੰਦੇ ਤੋਂ ਆਉਣੀ ਹੈ। ਹੁਣ ਫੰਗਸ ਦੇ ਤਾਂ ਕੀਟਾਣੂ ਇੱਥੇ ਵਧੇ ਵੀ ਹੈਗੇ ਨੇ ਕਾਬਾ 'ਚ ਵੀ ਹੈਗੇ ਆ। ਤੁਸੀਂ ਦੇਖਿਆ ਹੋਣਾ ਜੇ ਬ੍ਰੈਡ ਆਪਾਂ ਬਾਹਰ ਰੱਖ ਦਈਏ ਤਾਂ ਉਹਦੇ ਉੱਲੀ ਲੱਗ ਜਾਂਦੀ ਨਾ। ਉੱਲੀ ਕਈ ਰੰਗਾਂ ਦੀ ਹੁੰਦੀ ਹੈ ਕੋਈ ਪੀਲੀ ਹੁੰਦੀ ਹੈ ਕੋਈ ਕਾਲੀ ਹੁੰਦੀ ਹੈ ਕੋਈ ਹਰੀ ਹੁੰਦੀ ਹੈ। ਤਾਂ ਉਹ ਉੱਲੀ ਦੇ ਜਿਹੜੇ ਬੀਜ ਰੂਪੀ ਨੇ ਉਹ ਹਵਾ 'ਚ ਹੀ ਹੈਗੇ ਆ। ਇੱਦਾਂ ਹੀ ਜਦੋਂ ਚਮੜੀ ਦੇ ਉੱਪਰ ਲਗਾਤਾਰ ਸੈੱਲ ਰਹੇਗੀ ਤਾਂ ਫੂਡ ਉੱਥੇ ਚਮੜੀ 'ਤੇ ਹੈਗਾ ਹੀ ਆ। ਕਿਉਂਕਿ ਫੂਡ ਕੌਣ ਬਣਦਾ ਜਿਹੜੇ ਚਮੜੀ ਦੇ ਡੈੱਡ ਸੈੱਲਸ ਨੇ। ਚਮੜੀ ਦੇ ਜਿਹੜੇ ਮੁਰਦਾ ਸੈੱਲਸ ਹੁੰਦੇ ਆ ਜਦੋਂ ਉਤਰਦੇ ਰਹਿੰਦੇ ਆ ਤਾਂ ਉਹ ਬੈਕਟੀਰੀਆ ਦਾ ਜਾਂ ਫੰਗਸ ਦਾ ਜਾਂ ਸਕੇਬੀਜ਼ ਦੇ ਕੀਟਾਣੂ ਦਾ ਈਜ਼ੀ ਫੂਡ ਬਣ ਜਾਂਦਾ। ਉਹਦੇ ਇਨੀਸ਼ੀਅਲੀ ਜਿੱਦਾਂ ਆਪਾਂ ਬੀਜ ਬੀਜੀਏ ਧਰਤੀ 'ਚ ਤਾਂ ਉਹ ਬੀਜ ਦੇ ਨਾਲ ਕੁਦਰਤ ਨੇ ਥੋੜ੍ਹੀ ਜਿਹੀ ਖੁਰਾਕ ਪਾਈ ਹੁੰਦੀ ਹੈ ਤਾਂ ਕਿ ਉਹ ਸ਼ੁਰੂ ਵਿੱਚ ਜਦ ਤੱਕ ਉਹਦੀ ਜੜ੍ਹ ਨਹੀਂ ਲੱਗਦੀ ਤਦ ਤੱਕ ਉਹ ਖੁਰਾਕ ਵਰਤ ਕੇ ਫਿਰ ਜੜ੍ਹ ਲਾ ਲੈਂਦਾ। ਇੱਦਾਂ ਹੀ ਜਿਹੜਾ ਕੀਟਾਣੂ ਜਦੋਂ ਸਾਡੀ ਚਮੜੀ 'ਚ ਵੜਦਾ ਹੈ ਤਾਂ ਉਹਨੂੰ ਉਸ ਵੇਲੇ ਉਹਨੂੰ ਇਹੋ ਜਿਹੀ ਖੁਰਾਕ ਚਾਹੀਦੀ ਰੈਡੀਮੇਡ ਜਿਹੜੀ ਐਟਲੀਸਟ ਉਹਨੂੰ ਪੈਰ ਜਮਾਉਣ ਦਾ ਸਮਾਂ ਮਿਲ ਜਾਵੇ। ਉਹ ਇੱਦਾਂ ਦੀ ਸ਼ਕਲ 'ਚ ਹੁੰਦੀ ਹੈ। ਮਰੇ ਸੈੱਲ ਉੱਥੇ ਹੋਣਗੇ ਚਮੜੀ ਤੋਂ ਕੋਈ ਸੈੱਲ ਬਹੁਤ ਮਰਦੇ ਆ ਰੋਜ਼ ਹੀ। ਚਮੜੀ ਇੱਕ ਇਹੋ ਜਿਹਾ ਅੰਗ ਹੈ ਜਿੱਥੇ ਡੇਲੀ ਸੈੱਲ ਮਰਦੇ ਆ ਅਤੇ ਉਤਰਦੇ ਆ।
ਤਾਂ ਉਹ ਜੇ ਤਾਂ ਅਸੀਂ 2 ਟਾਈਮ ਨਹਾ ਰਹੇ ਹਾਂ, ਹੋਰ ਨਹਾ ਰਹੇ, ਉਹ ਪੁਰਾਣੇ ਸੈੱਲ ਝੜ ਜਾਂਦੇ ਆ। ਇਸੇ ਕਰਕੇ ਜਿਹੜਾ ਬੰਦਾ 2 ਟਾਈਮ ਨਹਾਉਂਦਾ ਹੋਵੇ ਉਹਨੂੰ ਚਮੜੀ ਦੀ ਬਿਮਾਰੀ ਛੂਤ ਦੀ ਬਹੁਤ ਘੱਟ ਹੋਏਗੀ। ਜਿਨ੍ਹਾਂ ਨੂੰ ਚਮੜੀ ਦੀ ਬਿਮਾਰੀ ਹੈ ਉਹ 2 ਟਾਈਮ ਨਹਾਉਣ ਤੋਂ ਉਹ ਠੀਕ ਵੀ ਹੋ ਸਕਦੀ ਹੈ। ਹਾਂ ਬਿਲਕੁਲ, ਜ਼ਰੂਰ ਹੈਲਪ ਤਾਂ ਕਰਦਾ ਹੀ ਆ, ਹੈਲਪ ਕਰੇਗੀ, ਉਹ ਵੀ ਹੈਲਪ ਕਰੇਗੀ। ਜਿਹੜਾ ਬੰਦਾ ਜ਼ਿਆਦਾ ਹਾਈਜੈਨਿਕ ਹੈ, ਬਾਰ ਨਹਾ ਲੈਂਦਾ ਹੈ ਤਾਂ। ਲੇਕਿਨ ਦੂਜੀ ਗੱਲ ਜਿਹੜੀ ਹੈਗੀ ਕਿ ਨਹਾਉਣ ਦੇ ਨਾਲ ਉਹ ਉਸ ਥਾਂ ਤੋਂ ਚੰਗੀ ਤਰ੍ਹਾਂ ਸਾਫ਼ ਕਰੇ ਤਾਂ ਕਿ ਲੰਬਾ ਸਮਾਂ ਸਿੱਲ ਨਾ ਰਹੇ। ਤਾਂ ਸਿੱਲ ਰਹਿਣ ਨਾਲ ਫਿਰ ਦੀ ਫੰਗਸ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਸਕੇਬੀਜ਼ ਜਿਹੜੀ ਹੈ ਇਹ ਕੀਟਾਣੂ ਹੁੰਦਾ ਹੈ। ਇਹ ਕੀਟਾਣੂ ਜਿਹੜਾ ਆਮ ਤੌਰ 'ਤੇ ਹਵਾ 'ਚ ਨਹੀਂ ਹੁੰਦਾ ਹੈ, ਇਹ ਕਿਸੇ ਮਰੀਜ਼ ਤੋਂ ਹੀ ਆਉਂਦਾ, ਜਿਹਨੂੰ ਪਹਿਲਾਂ ਖਾਰਿਸ਼ ਹੈਗੀ ਹੈ। ਉਹ ਖਾਰਿਸ਼ ਆਮ ਤੌਰ 'ਤੇ ਬੱਚੇ ਸਕੂਲੋਂ ਲੈ ਆਉਂਦੇ ਹੈ, ਜਾਂ ਜਿਹੜਾ ਬੰਦਾ ਜੋ ਪਰਿਵਾਰ ਦਾ ਇੱਕ ਮੈਂਬਰ ਕਿਤੇ ਬਾਹਰ ਗਿਆ, ਉਹਨੇ ਕਿਸੇ ਦਾ ਤੌਲੀਆ ਵਰਤ ਲਿਆ, ਕਿਸੇ ਦਾ ਰੁਮਾਲ ਵਰਤ ਲਿਆ, ਕਿਸੇ ਦੇ ਕੱਪੜੇ ਪਾ ਲਏ, ਉਹਨੇ ਆ ਕੇ ਘਰ 'ਚ ਫਿਰ ਉਹ ਕਿਸੇ ਦੂਜੇ ਦਾ ਵਰਤ ਲਿਆ, ਇੱਦਾਂ ਅੱਗੇ ਦੀ ਅੱਗੇ ਫਿਰ ਚੱਲਦੀ ਰਹਿੰਦੀ ਆ ਉਹ। ਜਾਂ ਫਿਰ ਇਹ ਵੀ ਹੋ ਸਕਦਾ ਵੀ ਜਿਹੜਾ ਕਿੰਨਾ ਚਿਰ ਕੱਪੜੇ ਪਏ ਨੇ, ਪਹਿਲਾਂ ਗਰਮੀਆਂ ਦੇ ਕੱਪੜੇ ਆਪਾਂ ਸਰਦੀਆਂ ਦੇ ਕੱਪੜੇ ਰੱਖ ਲੈਂਦੇ ਹਾਂ, ਗਰਮੀਆਂ ਦੇ ਰੱਖ ਕੇ ਫਿਰ ਸਰਦੀਆਂ ਜਦੋਂ ਕੱਢਦੇ ਹਾਂ ਉਹਦੇ ਵਿੱਚੋਂ ਵੀ ਜਿਹੜੀ ਉਹ ਨਿਕਲੇ, ਜਾਂ ਸਾਬਣ 'ਚੋਂ ਵੀ ਆਉਂਦੀ ਹੈਗੀ ਹੈ। ਨਹੀਂ, ਉਹ ਨਾ ਸਾਬਣ 'ਚ ਆਵੇ ਨਾ ਕੱਪੜੇ ਰੱਖਣ ਨਾਲ ਆਵੇ। ਇਹ ਤਾਂ ਜਿਹੜੀ ਜਿਉਂਦੀ ਚੀਜ਼ ਹੁੰਦੀ ਉਹਨੂੰ ਜਿਉਂਦੀ ਚੀਜ਼ ਚਾਹੀਦੀ ਹੁੰਦੀ ਹੈ ਉਹਨੂੰ। ਉਹ ਤਾਂ ਬੰਦੇ ਦੇ ਬਿਮਾਰ 'ਚ ਹੀ ਹੋਊਗੀ, ਉਹ ਜਿਹਨੂੰ ਤਕਲੀਫ ਹੈ ਉਹਦੇ 'ਚ ਹੀ ਹੋਊਗੀ, ਉੱਦਾਂ ਨਹੀਂ ਹੁੰਦੀ ਉਹ। ਨਹੀਂ, ਪਰ ਇੱਕ ਦੂਜੇ ਦਾ ਸਾਬਣ ਵਰਤਣ ਨਾਲ ਜਾਂ ਕੁਛ ਇਹੋ ਜਿਹੀਆਂ ਚੀਜ਼ਾਂ ਸਾਬਣ ਨਾਲ ਹੋ ਸਕਦੀ ਹੈ, ਲੇਕਿਨ ਸਾਬਣ ਜੇ ਤਾਜ਼ਾ ਉਹ ਬੰਦਾ ਜਿਹਨੂੰ ਚਮੜੀ ਦੀ ਬਿਮਾਰੀ ਉਹ ਵਰਤੇ, ਫਿਰ ਦੂਜਾ ਬੰਦਾ ਵਰਤੇ ਤਾਂ ਹੋ ਸਕਦੀ, ਉਹ ਤਾਂ ਹੋ ਸਕਦੀ ਆਮ ਤੌਰ 'ਤੇ। ਪਰ ਇਹ ਆਮ ਤੌਰ 'ਤੇ ਉਦੋਂ ਹੁੰਦੀ ਜਦੋਂ ਅਸੀਂ ਇੱਕ ਦੂਜੇ ਦਾ ਤੌਲੀਆ ਵਰਤਦੇ ਹਾਂ, ਜਾਂ ਕੱਪੜੇ ਪਾ ਲੈਂਦੇ ਉਹਦੇ ਪਾਏ ਹੋਏ ਕੱਪੜੇ ਅਸੀਂ ਪਾ ਲੈਂਦੇ ਹਾਂ, ਜਾਂ ਉਹਦੇ ਨਾਲ ਇੱਕ ਬੈੱਡ 'ਚ ਸੋ ਜਾਂਦੇ ਹਾਂ। ਆਮ ਤੌਰ 'ਤੇ ਉਦੋਂ ਹੁੰਦੀ ਹੈ। ਫਿਜ਼ੀਕਲ ਟੱਚ ਜਿਹੜਾ ਕਿਸੇ ਨਾ ਕਿਸੇ ਸ਼ਕਲ 'ਚ, ਜਾਂ ਤਾਂ ਡਾਇਰੈਕਟ ਫਿਜ਼ੀਕਲ ਟੱਚ ਬਾਡੀ ਟੂ ਬਾਡੀ, ਜਾਂ ਇਨਡਾਇਰੈਕਟ ਕੱਪੜੇ ਰਾਹੀਂ ਕੋਈ ਨਾ ਕੋਈ ਟੱਚ ਹੋਣਾ ਬਹੁਤ ਜ਼ਰੂਰੀ ਹੈ, ਉੱਥੋਂ ਹੀ ਆਉਂਦੀ ਹੈ। ਅੱਗੇ ਆਪਾਂ ਆਈਏ ਕਿ ਇਹਦੀਆਂ ਅਲਾਮਤਾਂ ਕੀ ਨੇ, ਕਿ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ ਇਹਦੇ 'ਚ, ਔਰ ਕਿੰਨਾ ਅੰਗਾਂ 'ਤੇ ਜ਼ਿਆਦਾ ਹੁੰਦੀ ਹੈ। ਜ਼ਿਆਦਾ ਉਂਗਲਾਂ ਦੇ ਇੱਥੇ ਸੰਨਾਂ 'ਚ ਹੁੰਦੀ ਹੈ। ਇੱਥੇ ਤੁਸੀਂ ਸਕੇਬੀਜ਼ ਵਾਲੇ ਬੰਦੇ ਨੂੰ ਪੁੱਛੋਗੇ ਕਿ ਸਭ ਤੋਂ ਜ਼ਿਆਦਾ ਖਾਰਿਸ਼ ਕਿੱਥੇ, ਤਾਂ ਉਹ ਕਹੇਗਾ ਉਂਗਲਾਂ 'ਚ ਹੁੰਦੀ ਹੈ ਇੱਥੇ। ਫਿਰ ਉਹ ਲਾਲ ਹੋ ਜਾਂਦੇ ਨੇ, ਸੁੱਜ ਵੀ ਜਾਂਦੇ। ਹਾਂ, ਸੁੱਜ ਵੀ ਜਾਂਦੇ ਆ, ਕੱਛਾਂ 'ਚ ਹੋਏਗੀ, ਜਿੱਥੇ ਵੀ ਮਤਲਬ ਥੋੜ੍ਹਾ ਜਿਹਾ ਪਾਰਟਸ ਜਿਹੜੇ ਨੇ ਕਵਰਡ ਨੇ ਜਾਂ ਹਿਡਨ ਨੇ, ਜਿੱਥੇ ਕਿ ਈਜ਼ੀਲੀ ਫੂਡ ਅਵੇਲੇਬਲ ਹੈ, ਉੱਥੇ ਜ਼ਿਆਦਾ ਹੋਏਗੀ। ਤਾਂ ਉਹਦਾ ਜਿਹੜਾ ਸਕੇਬੀਜ਼ ਦਾ ਪਛਾਣ ਤੁਹਾਨੂੰ ਕਿਵੇਂ ਆਏਗੀ ਕਿ ਸਕੇਬੀਜ਼ ਤੁਹਾਨੂੰ ਜਿੱਥੇ ਜ਼ਿਆਦਾ ਹੋਊਗੀ ਉੱਥੇ ਤੁਹਾਨੂੰ ਐਂ ਲੱਗੇਗਾ ਜਿਵੇਂ ਕਿਸੇ ਨੇ ਪੈਨ ਨਾਲ ਲਾਲ ਡਾਟ ਲਾਤੇ ਹੋਣ। ਅੱਛਾ, ਉਹ ਕੀ ਹੁੰਦਾ, ਜਿੱਥੇ ਡਾਟ ਲੱਗਿਆ ਇਹਦਾ ਮਤਲਬ ਉਹ ਥਾਂ 'ਤੇ ਪੈਰਾਸਾਈਟ ਲੁਕਿਆ ਹੋਇਆ ਥੱਲੇ, ਉਹ ਥਾਂ ਹੈ ਜਿੱਥੇ ਉਹ ਪੈਰਾਸਾਈਟ ਬੈਠਾ ਹੈ। ਮਤਲਬ ਬਾਡੀ ਨੇ ਉਹਨੂੰ ਕੋਆਰਡੀਨੇਟ ਕਰ ਲਿਆ। ਸੋ ਉਹ ਰੈਡਨੈਸ ਜਿਹੜੀ ਹੈ, ਰੈਡਨੈਸ ਉਹਦੀ ਨਿਸ਼ਾਨੀ ਹੈ, ਲਾਲ ਨਿਸ਼ਾਨ ਜੋ ਉਹਦੀ ਨਿਸ਼ਾਨੀ ਹੈ। ਲਾਲ ਜਿਵੇਂ ਲਾਲ ਡਾਟਾਂ ਲਾਈਆਂ ਹੁਣ ਨਾ, ਐਂ ਕਰਕੇ ਇੱਦਾਂ ਦੇ ਕੁਝ ਬਣ ਜਾਣਗੇ। ਉਂਗਲਾਂ ਦੇ ਵੀ ਤੁਸੀਂ ਪਾਓਗੇ, ਤੁਸੀਂ ਇੱਥੇ ਦੇਖੋਗੇ ਤਾਂ ਨਿੱਕੇ ਸਪੌਟਸ ਜੇ ਬਣੇ ਹੋਣਗੇ, ਨਿੱਕੇ ਡਾਟ ਟਾਈਪ ਜਿਵੇਂ ਪੈਨ ਨਾਲ ਡਾਟ ਲਾਏ ਹੁੰਦੇ ਆ। ਅਤੇ ਖਾਰਿਸ਼ ਬਹੁਤ ਜ਼ਿਆਦਾ ਹੋਏਗੀ। ਸਕੇਬੀਜ਼ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਖਾਰਿਸ਼ ਬਹੁਤ ਇਰੀਟੇਟਿੰਗ ਹੁੰਦੀ ਹੈ, ਖਾਸ ਕਰਕੇ ਰਾਤ ਨੂੰ ਤਾਂ ਤੁਹਾਡੀ ਭਿਆਨ ਹੋ ਜਾਂਦੀ ਹੈ, ਘਬਰਾਹਟ ਵੀ ਹੋਣ ਲੱਗ ਜਾਂਦੀ ਇੱਦਾਂ ਦੀ। ਹਾਂ, ਇੰਨੀ ਖਾਰਿਸ਼ ਗੰਦੀ ਹੁੰਦੀ ਹੈ। ਤਾਂ ਉਹ ਜਿਹੜੀ ਉਹਨੂੰ ਤਾਂ ਹੀ ਨਾ ਖੁਰਕ ਦੀ ਬਿਮਾਰੀ, ਨਾ ਇਹਦਾ ਖੁਰਕ ਦੀ ਬਿਮਾਰੀ ਰੱਖਿਆ ਹੋਇਆ। ਤਾਂ ਖੁਰਕ ਦੀ ਬਿਮਾਰੀ ਜਿਹੜੀ ਹੈ, ਇਹ ਇੱਕ ਸਕੇਬੀਜ਼ ਜਿਹੜੀ ਹੈ, ਇਹ ਹੁਣ ਜਿਹੜੀ ਮੇਨ ਇਹਦੀ ਜਿਹੜੀ ਗੱਲ ਹੈ ਕਿ ਇੱਕ ਤਾਂ ਪਰਿਵਾਰਾਂ 'ਚ ਹੋ ਜਾਂਦੀ, ਫਿਰ ਅੱਗੇ ਦੇ ਅੱਗੇ ਤੁਸੀਂ ਪਾਓਗੇ। ਸਭ ਤੋਂ ਪਹਿਲਾਂ ਅਸੀਂ ਸਵਾਲ ਪੁੱਛਦੇ ਹੁੰਦੇ ਹਾਂ, ਜੇ ਮੰਨ ਲਓ ਸਾਨੂੰ ਸ਼ੱਕ ਪਵੇ ਵੀ ਸਕੇਬੀਜ਼ ਕਿਸੇ ਪਰਿਵਾਰ 'ਚ ਕਿਸੇ ਹੋਰ ਨੂੰ ਹੈ, ਅਤੇ ਜੇ ਉਹਨੇ ਕਹਿਤਾ ਵੀ ਕਿਸੇ ਹੋਰ ਨੂੰ ਹੈਗੀ ਹੈ ਤਾਂ ਪੱਕਾ ਹੀ ਹੋ ਗਿਆ। ਅਤੇ ਆਮ ਤੌਰ 'ਤੇ ਕੀ ਹੁੰਦੀ ਹੈ, ਇੱਕ ਤੋਂ ਵੱਧ ਮੈਂਬਰਾਂ ਨੂੰ ਹੁੰਦੀ ਹੈ। ਮਤਲਬ ਮਾਂ ਨਾਲ ਬੱਚਾ ਸੋ ਰਿਹਾ, ਜੇ ਬੱਚੇ ਨੂੰ ਹੈਗੀ ਤਾਂ ਮਾਂ ਨੂੰ ਹੋ ਜਾਏਗੀ, ਜੇ ਮਾਂ ਨੂੰ ਹੈਗੀ ਤਾਂ ਬੱਚੇ ਨੂੰ ਹੋ ਜਾਏਗੀ। ਹਸਬੈਂਡ ਵਾਈਫ ਇਕੱਠੇ ਸੋ ਰਹੇ ਆ, ਉਹਨਾਂ ਨੂੰ ਹੋ ਜਾਏਗੀ। ਕੋਈ ਪਰਿਵਾਰ ਦੇ ਮੈਂਬਰ ਹੋਰ ਇਕੱਠੇ ਇੱਕ ਬਿਸਤਰੇ ਸੌਂਦੇ ਆ, ਉਹਨਾਂ ਨੂੰ। ਤਾਂ ਆਮ ਤੌਰ 'ਤੇ ਇੱਕ ਤੋਂ ਵੱਧ ਪਰਿਵਾਰਕ ਮੈਂਬਰਾਂ ਨੂੰ ਹੁੰਦੀ ਹੈ। ਤਾਂ ਕਈ ਵਾਰੀ ਸਾਰੇ ਟੱਬਰ ਨੂੰ ਹੁੰਦੀ ਹੈ, ਸਾਰੇ ਟੱਬਰ ਨੂੰ ਹੋ ਜਾਂਦੀ ਹੈ। ਅਤੇ ਇਸ ਕਰਕੇ ਇਹਨੂੰ ਅੱਛਾ ਇਹਦਾ ਇਲਾਜ ਕਰਨਾ ਹੋਵੇ ਤਾਂ ਇਲਾਜ ਇਸ ਕਰਕੇ ਵੀ ਔਖਾ ਹੈ ਕਿ ਮੰਨ ਲਓ ਮੈਂ ਇੱਕ ਬੰਦੇ ਦਾ ਇਲਾਜ ਕੀਤਾ, ਦੂਜੇ ਨੂੰ ਹੈਗੀ ਹੈ, ਜੇ ਉਹਦਾ ਇਲਾਜ ਨਹੀਂ ਕੀਤਾ 10 ਦਿਨਾਂ 15 ਦਿਨਾਂ ਬਾਅਦ ਫਿਰ ਉਹਨੂੰ ਹੋ ਜੂਗੀ। ਤਾਂ ਉਹ ਕਹਿੰਦਾ ਬਾਰ ਹੋਈ ਜਾਂਦੀ ਹੈ ਉਸ ਬੰਦੇ ਨੂੰ, ਕਿਉਂਕਿ ਉਹ ਬੰਦਾ ਅਸੀਂ ਪਰਿਵਾਰ ਦਾ ਇਲਾਜ ਕਰਨਾ ਪੈਂਦਾ। ਤਾਂ ਪਰਿਵਾਰ ਦਾ ਨਹੀਂ ਇਕੱਲਾ ਕਰਨਾ ਪੈਂਦਾ, ਨਾਲ ਉਹਦੇ ਬਿਸਤਰਿਆਂ ਦਾ ਇਲਾਜ ਕਰਨਾ ਪੈਂਦਾ, ਨਾਲ ਉਹਦੇ ਕੱਪੜਿਆਂ ਦਾ ਇਲਾਜ ਕਰਨਾ ਪੈਂਦਾ। ਜੇ ਮੰਨ ਲਓ ਤੁਸੀਂ ਸਾਰਿਆਂ ਨੂੰ ਇਲਾਜ ਕਰਤਾ ਬੰਦਿਆਂ ਦਾ, ਅਤੇ ਕੱਪੜੇ ਜਿਹੜੇ ਨੇ ਉਹਦੇ 'ਚ ਉਹ ਕੀਟਾਣੂ ਜਿਹੜੇ ਹੁੰਦੇ ਨੇ ਤੁਹਾਡੇ ਸਿਰਹਾਣੇ 'ਚ, ਤੁਹਾਡੇ ਕੰਬਲ 'ਚ, ਤੁਹਾਡੀ ਰਜਾਈ 'ਚ, ਤੁਹਾਡੀ ਚੱਦਰ 'ਚ, ਦਰੀ 'ਚ ਵੀ ਹੋਣਗੇ, ਉਹ ਫਿਰ ਹੋ ਜਾਣਗੇ ਉੱਥੋਂ। ਕਿਉਂਕਿ ਕਹਿ ਸਕਦੇ ਵੀ ਬੜੀ ਗੰਦੀ ਬਿਮਾਰੀ ਹੈ, ਜਲਦੀ ਜਾਂਦੀ ਨਹੀਂ। ਇਹ ਗੰਦੀ ਬਿਮਾਰੀ ਹੁਣ ਪਿਛਲੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਉਹ ਵਿੱਚ ਰਹਿ ਗਈ ਸੀ ਕਿ ਮੈਂ ਪਿਛਲੇ 50 ਸਾਲ ਤੋਂ ਸਕੇਬੀਜ਼ ਨੂੰ ਦੇਖ ਰਿਹਾ। 2 ਚੇਂਜਸ ਦੇਖੀਆਂ ਮੈਂ ਜਦੋਂ ਮੈਂ ਨਵਾਂ ਡਾਕਟਰ ਬਣਿਆ ਸੀ। ਉਦੋਂ ਸਕੇਬੀਜ਼ ਜਿਹੜੀ ਹੁੰਦੀ ਸੀ ਉਹ ਇੰਨੀ ਸੀਵੀਅਰ ਨਹੀਂ ਸੀ ਹੁੰਦੀ, ਔਰ ਇੰਨੀ ਜ਼ਿਆਦਾ ਲੋਕਾਂ ਨੂੰ ਨਹੀਂ ਸੀ ਹੁੰਦੀ। ਹੁਣ ਤਾਂ ਐਪੀਡੈਮਿਕ ਵਾਂਗੂ ਹੁੰਦੀ ਨਾ, ਕਈ ਵਾਰੀ ਐਪੀਡੈਮਿਕ ਹੋ ਜਾਂਦੀ ਹੈ ਵੀ ਘਰ ਖੁਜਲੀ ਦੀ ਬਿਮਾਰੀ ਹੋਈ ਪਈ ਹੈ।
ਔਰ ਦੂਜੀ ਗੱਲ ਸਵੀਰ ਨਹੀਂ ਸੀ ਇੰਨੀ ਹੁੰਦੀ, ਬਹੁਤ ਸਵੀਰ ਹੁੰਦੀ ਹੈ ਹੁਣ। ਅਤੇ ਤੀਜੀ ਗੱਲ ਠੀਕ ਨਹੀਂ ਹੁੰਦੀ, ਉਹ ਠੀਕ ਵੈਸੇ ਕਰਕੇ ਨਹੀਂ ਹੁੰਦੀ ਵੀ ਸਾਰੇ ਟੱਬਰ ਨੂੰ ਤਾਂ ਹੋਈ ਪਈ ਆ, ਇੱਕ ਅੱਧਾ ਬੰਦਾ ਵਿੱਚੋਂ ਰਹਿ ਜਾਂਦਾ, ਉਹ ਫਿਰ ਹੋ ਜਾਂਦੀ ਹੈ। ਉਹ ਫਿਰ ਤੁਸੀਂ ਹੋਰ ਨੂੰ ਕਰੋ ਤਾਂ ਦੂਜਾ ਬੰਦਾ ਫਿਰ ਤਿਆਰ ਹੁੰਦਾ, ਤਾਂ ਦੂਜੇ ਨੂੰ ਫਿਰ ਲੱਗ ਜਾਂਦੀ ਹੈ। ਤਾਂ ਉਹ ਮਤਲਬ ਇੱਦਾਂ ਜਿਹਨੂੰ ਕੁਝ ਚੱਕਰ 'ਚ ਫਸ ਜਾਂਦਾ ਸਾਰਾ ਪਰਿਵਾਰ, ਵੀ ਇੱਕ ਨੂੰ ਵੜਦੀ ਦੂਜੇ ਨੂੰ ਵੜਦੀ ਤੀਜੇ ਨੂੰ, ਐ ਹੋ ਹੀ ਜਾਂਦੀ ਹੈ। ਮਤਲਬ ਇਹਨੂੰ ਕਹਿ ਸਕਦੇ ਹਾਂ ਆਪਾਂ ਵੀ ਸੋਸ਼ਲ ਡਿਸਟੈਂਸਿੰਗ ਦੀ ਲੋੜ ਉੱਥੇ ਹੁੰਦੀ ਹੈ ਅਸਲ ਦੇ ਵਿੱਚ। ਨਹੀਂ, ਸੋਸ਼ਲ ਡਿਸਟੈਂਸਿੰਗ ਤਾਂ ਪੋਸੀਬਲ ਨਹੀਂ ਹੁੰਦਾ, ਖੈਰ ਉਹ ਸ਼ਬਦ ਐਵੇਂ ਬਦਨਾਮ ਹੋ ਗਿਆ। ਚਲੋ ਇੱਥੇ ਤਾਂ ਹੁੰਦੀ ਹੈ ਨਾ, ਇਸ ਮਾਮਲੇ 'ਚ ਤਾਂ ਹੁੰਦੀ। ਸੋਸ਼ਲ ਡਿਸਟੈਂਸਿੰਗ ਹੋ ਨਹੀਂ ਸਕਦੀ, ਸੋਸ਼ਲ ਡਿਸਟੈਂਸਿੰਗ ਦੀ ਲੋੜ ਨਹੀਂ ਹੈ, ਨਾ ਸੋਸ਼ਲ ਡਿਸਟੈਂਸਿੰਗ ਸੰਭਵ ਹੈ, ਜ਼ਿੰਦਗੀ 'ਚ ਸੰਭਵ ਨਹੀਂ ਹੈਗੀ। ਸੋਸ਼ਲ ਡਿਸਟੈਂਸਿੰਗ ਬੇਸਿਕਲੀ ਐਂਟੀ ਲਾਈਫ ਹੈ, ਸੋਸ਼ਲ ਡਿਸਟੈਂਸਿੰਗ ਸੰਭਵ ਹੀ ਨਹੀਂ ਹੁੰਦੀ। ਤਾਂ ਇਹਦੇ 'ਚ ਕੀ ਕਰਦੇ ਹਾਂ ਅਸੀਂ, ਇੱਥੇ ਫਿਰ ਇਹਨੂੰ ਟਰੀਟ ਕਰਨ ਲੱਗੇ ਹਾਂ, ਅਸੀਂ ਕੀ ਕਰਦੇ ਹਾਂ ਕਿ ਅਸੀਂ ਸਾਰੇ ਟੱਬਰ ਦਾ ਇਲਾਜ ਕਰਦੇ ਹਾਂ। ਜਦ ਤੱਕ ਤੁਸੀਂ ਸਾਰੇ ਟੱਬਰ ਦਾ ਇਲਾਜ ਨਹੀਂ ਕਰੋਗੇ ਤਦ ਤੱਕ ਨਹੀਂ ਹਟੇਗੀ ਹੈ। ਸੋ ਉਹਨੂੰ ਕਹਿੰਦੇ ਵੀ ਭਾਈ ਸਾਰੇ ਟੱਬਰ ਦਾ ਇਲਾਜ ਕਰਨਾ ਪੈਣਾ। ਦੂਜੀ ਗੱਲ, ਸਾਰੇ ਟੱਬਰ ਦਾ ਜਿੱਦਣ ਇਲਾਜ ਕਰਨਾ ਹੈ ਉਹਦੇ 'ਚ ਖਾਣ ਵਾਲੀਆਂ ਗੋਲੀਆਂ ਹੁੰਦੀਆਂ ਨੇ, ਆਈਵਰਮੈਕਟਿਨ ਦਿੰਦੇ ਹਾਂ ਅਸੀਂ। ਆਈਵਰਮੈਕਟਿਨ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ, ਉਹਦੀ ਡੋਜ਼ ਹੁੰਦੀ ਹੈ 0.12 ਮਿਲੀਗ੍ਰਾਮ ਹਰ 5 ਜਿਹਨੂੰ ਕਹਿੰਦੇ ਆ ਕਿਲੋਆਂ ਪਿੱਛੇ। ਜੇ ਮੰਨ ਲਓ 60 ਕਿਲੋ ਦਾ ਬੰਦਾ ਹੈ, 60 ਕਿਲੋ ਦਾ ਬੰਦਾ ਤਾਂ ਉਹਨੂੰ ਜਿਹੜਾ ਹੈ 6 ਮਿਲੀਗ੍ਰਾਮ ਦੀ ਗੋਲੀ ਚਾਹੀਦੀ ਹੈ, ਅਤੇ ਉਸ ਤੋਂ ਬਾਅਦ ਫਿਰ 12 ਮਿਲੀਗ੍ਰਾਮ ਦੀ ਚਾਹੀਦੀ ਹੈ। ਤਾਂ ਉਹ ਡੋਜ਼ ਉਹਦੀ ਬੋਡੀ ਵੇਟ ਦੇ ਹਿਸਾਬ ਨਾਲ ਬਣਦੀ ਹੈ। ਅਤੇ ਇੱਕ ਤਾਂ ਗੋਲੀ ਖਾਣੀ ਪੈਂਦੀ ਹੈ, ਉਹ ਵੀ ਸਾਰਾ ਟੱਬਰ ਇਕੱਠੀ ਖਾਵੇ। ਗੋਲੀ ਕਿਹੜੀ ਆਯੁਰਵੈਦਿਕ ਦੀ ਹੈ ਇਹ? ਨਹੀਂ, ਆਈਵਰਮੈਕਟਿਨ ਉਹੀ ਆਈਵਰਮੈਕਟਿਨ ਹੈ ਜਿਹਦੀ ਆਪ ਪਿੱਛੇ ਬਿਮਾਰੀ 'ਚ ਕਰੋਨਾ 'ਚ ਵੀ ਖਾਸੀ ਮਸ਼ਹੂਰੀ ਹੋਈ ਆ। ਆਈਵਰਮੈਕਟਿਨ ਐਕਚੁਅਲੀ ਸਕੇਬੀਜ਼ ਦੀ ਦਵਾਈ ਹੈ। ਐਂਟੀ ਹਿਸਟਾਮਾਈਨ ਹੁੰਦੀ ਹੈ? ਨਹੀਂ, ਇਹ ਤਾਂ ਕਿਲ ਕਰਦੀ ਹੈ, ਪੋਇਜ਼ਨ ਹੁੰਦੀ ਹੈ, ਇਹਨੂੰ ਪੈਰਾਸਾਈਟ ਨੂੰ ਮਾਰ ਦਿੰਦੀ ਹੈ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है, बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। उस पर्टिकुलर कटाणु पैरासाइट वास्ते पॉइजन है। ਤੇ ਉਹਦੇ 'ਚ ਆਇਵਰਮੈਕਟਿਨ ਤੋਂ ਇਲਾਵਾ ਫਿਰ ਜਿਹੜੀਆਂ ਉਹਦੀ ਦਵਾਈਆਂ ਨੇ ਲਾਉਣ ਵਾਲੀਆਂ ਦਵਾਈਆਂ ਨੇ, ਉਹ ਸਰੀਰ 'ਤੇ ਮਲਣੀਆਂ ਹੁੰਦੀਆਂ ਨੇ। ਉਹ ਲੋਸ਼ਨ ਦੀ ਸ਼ਕਲ 'ਚ ਵੀ ਹੈਗੀਆਂ ਨੇ, ਉਹ ਕਰੀਮ ਦੀ ਸ਼ਕਲ 'ਚ ਵੀ ਹੈਗੀਆਂ ਨੇ। ਤਾਂ ਉਹ ਵੀ ਟੌਕਸਿਕ ਨੇ ਬਹੁਤ। ਉਹ ਸਾਰੇ ਪਿੰਡੇ 'ਤੇ ਲਾਉਣੀਆਂ ਹੁੰਦੀਆਂ ਨੇ। ਆਮ ਤੌਰ 'ਤੇ ਅਸੀਂ ਮੂੰਹ 'ਤੇ ਨਹੀਂ ਲਾਉਂਦੇ, ਕਿਉਂਕਿ ਮੂੰਹ 'ਤੇ ਸਕਿਨ ਨਰਮ ਹੁੰਦੀ, ਇੱਕ ਤਾਂ ਵੀ ਥੋੜ੍ਹੀ ਖਰਾਬ ਕਰਦੀ ਹੈ। ਦੂਜੀ ਗੱਲ, ਮੂੰਹ 'ਤੇ ਆਮ ਤੌਰ 'ਤੇ ਸਕੇਬੀਜ਼ ਹੁੰਦੀ ਵੀ ਨਹੀਂ ਹੈ, ਕਿਉਂਕਿ ਮੂੰਹ ਨੂੰ ਅਸੀਂ ਬਾਰ-ਬਾਰ ਧੋਂਦੇ ਰਹਿੰਦੇ ਹਾਂ। ਮੂੰਹ 'ਤੇ ਆਮ ਤੌਰ 'ਤੇ ਸਕੇਪ ਕਰ ਜਾਂਦਾ ਸਕੇਬੀਜ਼ 'ਚੋਂ। ਮੂੰਹ 'ਤੇ ਵਾਲਾਂ 'ਚ ਆਮ ਤੌਰ 'ਤੇ ਘੱਟ ਹੁੰਦੀ ਹੈ। ਅਤੇ ਗਰਦਨ ਤੋਂ ਥੱਲੇ ਉਸ ਪੂਰੀ ਬਾਡੀ 'ਤੇ ਲਾਉਣੀ ਹੁੰਦੀ ਹੈ ਰਾਤ ਨੂੰ ਸੌਣ ਲੱਗਿਆਂ। ਤਾਂ ਰਾਤ ਨੂੰ ਸੌਣ ਲੱਗਿਆਂ ਜਿਸ ਦਿਨ ਗੋਲੀ ਖਾਣੀ ਹੈ ਉਸੇ ਦਿਨ ਉਹ ਸਰੀਰ 'ਤੇ ਲਾਉਣੀ ਹੈ, ਪੂਰੇ ਟੱਬਰ ਨੇ ਲਾਉਣੀ ਹੈ। ਔਰ ਅਗਲੇ ਦਿਨ ਫਿਰ ਉਹ ਸਾਰੇ ਦੇ ਸਾਰੇ ਬਿਸਤਰੇ ਜਾਂ ਤਾਂ ਜਿਹੜੇ ਧੋਤੇ ਜਾ ਸਕਦੇ ਆ ਗਰਮ ਪਾਣੀ 'ਚ ਪਾ ਕੇ ਉਬਲਦੇ ਪਾਣੀ 'ਚ ਧੋਣੇ ਆ। ਜੇ ਨਹੀਂ ਧੋਤੇ ਜਾ ਸਕਦੇ, ਮੰਨ ਲਓ ਦਰੀਆਂ ਨੇ, ਗੱਦੇ ਨੇ, ਰਜਾਈਆਂ ਨੇ, ਕੰਬਲ ਨੇ, ਤਾਂ ਉਹਨੂੰ ਸਾਰਾ ਦਿਨ ਧੁੱਪ ਲਵਾਉਣੀ ਹੈ। ਸਾਰਾ ਦਿਨ ਸਣੇ ਮੰਜੇ
ਤਾਂ ਇਹ ਸਾਰੇ ਦਾ ਪੂਰਾ ਕਿਹਨੂੰ ਕਹਿੰਦੇ ਆਪਰੇਸ਼ਨ ਕਲੀਨ ਕਰਨਾ ਪੈਂਦਾ। ਗੋਲੀ ਵੀ ਖਾਓ, ਪਿੰਡੇ ਦੇ ਮਲਣ ਵਾਲੀ ਦਵਾਈ ਵੀ ਮਲੋ, ਫਿਰ ਸਵੇਰੇ ਉੱਠ ਕੇ ਨਹਾ ਲੈਣਾ। ਉਹ ਕੱਪੜੇ ਸਣੇ, ਉਹ ਕੱਪੜੇ ਜਿਹੜੇ ਰਾਤ ਪਾਏ ਸੀ ਉਹ ਵਿੱਚੇ, ਉਹ ਤੇ ਵਿੱਚੇ ਸਾਰੇ ਜਿਹੜੇ ਤੁਹਾਡੇ ਕੱਪੜੇ ਮੈਲੇ ਤਾਂ ਉਤਰੇ ਆ, ਤੇ ਨਾਲ ਸਿਰਹਾਣੇ ਤੇ ਗਲਾਫ ਤੇ ਜੋ ਵੀ ਚੀਜ਼ ਧੋਤੀ ਜਾ ਸਕਦੀ ਹੈ। ਸਣੇ ਕੱਪੜੇ ਹੀ ਨਾਲ ਲੈਣੇ ਸਵੇਰੇ ਉੱਠ ਕੇ? ਨਹੀਂ ਸਾਰੇ ਕੱਪੜੇ ਨਹੀਂ ਨਾਲ ਲੈਣਾ, ਕੱਪੜੇ ਧੋਣੇ ਆ। ਕੱਪੜੇ ਇੰਨੀ ਪੂਰੀ ਬਾਡੀ ਦੇ ਉੱਤੇ ਪੂਰੀ ਦਵਾਈ ਲਗਾਣੀ, ਉਹ ਤਾਂ ਫਿਰ ਬੁਰਸ਼ ਨਾਲ ਲੱਗੇਗੀ ਪੂਰੀ, ਕਿਉਂਕਿ ਹੱਥ ਨਾਲ ਤਾਂ ਲੱਗਣੀ। ਹੱਥ ਨਾਲ ਲਾ ਲਓ, ਫਿਰ ਕੋਈ ਗੱਲ ਨਹੀਂ, ਬੁਰਸ਼ ਨਾਲ ਵੀ ਬੁਰਸ਼ ਨਾਲ ਲਾ ਲੈਂਦੇ, ਬੁਰਸ਼ ਨਾਲ ਪੇਂਟ ਕਰ ਲਓ। ਉਹ ਲਾ ਕੇ ਸੋ ਜਾਣਾ, ਫਿਰ ਕੱਪੜੇ ਪਾ ਕੇ ਸਵੇਰੇ ਕੱਪੜੇ ਉਹ ਵੀ ਧੋਣੇ ਆ। ਅਤੇ ਬਾਕੀ ਜਿਹੜੇ ਸਿਰਹਾਣੇ ਤੁਸੀਂ ਜਿੰਨਾ ਬਿਸਤੇ ਸੌਂਦੇ ਹੋ, ਸਿਰਹਾਣੇ ਦੇ ਛਾੜ ਤਾਰ ਕੇ, ਚੱਦਰ ਇੱਦਾਂ ਦਾ ਕੁਛ ਵੀ, ਰਜਾਈ ਦਾ ਛਾੜ, ਤਾਂ ਇਹ ਸਾਰਾ ਕੁਝ ਜਿਹੜਾ ਜੋ ਵੀ ਧੋਤਾ ਜਾ ਸਕਦਾ ਗਰਮ ਕੱਪੜੇ ਪਾ ਕੇ ਉਹਨੂੰ ਧੋਣਾ। ਧੋ ਕੇ ਫਿਰ ਉਹਨੂੰ ਜਿਹੜੀ ਚੀਜ਼ ਨਹੀਂ ਧੋਤੀ ਜਾ ਸਕਦੀ, ਦਰੀਆਂ ਨੇ, ਤਲਾਈਆਂ ਨੇ, ਰਜਾਈਆਂ ਨੇ, ਕੰਬਲ ਹੈ, ਉਹਨੂੰ ਧੁੱਪ ਲਵਾਉਣੀ ਹੈ। ਸਣੇ ਮੰਜੇ ਬੈੱਡ ਨੂੰ ਵੀ ਲਵਾਉਣੀ ਹੈ, ਤਾਂ ਜਾ ਕੇ ਇੱਕ ਪੋਸੀਬਿਲਿਟੀ ਹੈਗੀ ਹੈ ਕਿ ਵੀ ਉਹ ਪਰਿਵਾਰ 'ਚੋਂ ਨਿਕਲ ਜਾਏਗੀ। ਔਰ ਇਸੇ ਨੂੰ ਫਿਰ ਹਫ਼ਤੇ ਬਾਅਦ ਰਿਪੀਟ ਕਰਨਾ। ਜਿਹੜਾ ਮਾੜਾ ਮੋਟਾ ਕੁਝ ਰਹਿ ਗਿਆ, ਮਤਲਬ ਜਿੱਦਾਂ ਹੁੰਦਾ ਨਾ, ਇੱਕ ਵਾਰੀ ਆਪਰੇਸ਼ਨ ਕਲੀਨ ਕਰਤਾ, ਲੇਕਿਨ ਫਿਰ ਵੀ ਕੋਈ ਨਾ ਕੋਈ ਇੱਧਰ ਉੱਧਰ ਕੀਟਾਣੂ ਬਚਿਆ ਰਹਿ ਗਿਆ, ਤਾਂ ਹਫ਼ਤੇ ਬਾਅਦ ਰਿਪੀਟ ਕਰਾਂਗੇ ਤਾਂ ਫਿਰ ਉਹ ਵੀ ਚਲਾ ਜਾਏਗਾ। ਤਾਂ ਜੇ 2 ਹਫ਼ਤੇ, ਮਤਲਬ ਹਫ਼ਤੇ ਦੇ ਟਰਮ ਨਾਲ 2 ਵਾਰੀ ਆਪਾਂ ਸਾਰਾ ਆਪਰੇਸ਼ਨ ਕਰ ਜਾਈਏ, ਗੋਲੀ ਵੀ ਖਾਣੀ ਹੈ, ਮਲਣ ਵਾਲੀ ਵੀ ਮਲਣੀ ਹੈ, ਕੱਪੜੇ ਵੀ ਗਰਮ ਪਾਣੀ 'ਚ, ਉਬਲਦੇ ਪਾਣੀ 'ਚ ਪਾ ਕੇ ਧੋਣੇ ਆ, ਅਤੇ ਸਾਰੇ ਟੱਬਰ ਨੇ ਇਕੱਠੇ ਧੋਣੇ ਆ। ਚਾਹੇ ਜਿਹਨੂੰ ਹੈ, ਚਾਹੇ ਨਾ ਹੈ, ਤਾਂ ਵੀ ਜਿਹਨੂੰ ਨਹੀਂ ਹੈ ਉਹ ਵੀ ਕਰ ਲਵੇ ਤਾਂ ਵਧੀਆ, ਕਿਉਂਕਿ ਉਹ ਉਹਦੇ ਵੀ ਜ਼ਰੂਰੀ ਨਹੀਂ ਵੀ ਉਹਨੂੰ ਨਹੀਂ ਹੋਊਗੀ। ਇਹ ਸੰਭਵ ਹੈ ਕਿ ਉਹਨੂੰ ਬਹੁਤ ਮਾਈਲਡ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ, ਲੇਕਿਨ ਉਹਦੇ ਨਾਲ ਸੰਭਾਵਨਾ ਹੋਊਗੀ ਕਿ ਉਹਨੂੰ ਉਹਦੇ ਤੋਂ ਕਿਸੇ ਹੋਰ ਨੂੰ ਹੋ ਸਕਦੀ ਹੈ। ਤਾਂ ਇਸ ਕਰਕੇ ਉਹ ਜਿਹੜਾ ਸਾਰਾ ਆਪਰੇਸ਼ਨ ਹੈ ਆਪਾਂ ਨੂੰ ਕਰਕੇ ਫਿਰ ਜਾ ਕੇ ਜਾਂਦੀ ਹੈ ਉਹ। ਹੁਣ ਇੱਥੇ ਆਈਏ ਵੀ ਹਰ ਗੱਲ ਦੇ ਵਿੱਚ ਆਪਾਂ ਇੱਕ ਗੱਲ ਕਹਿੰਦੇ ਹਾਂ ਕਿ ਇਮਿਊਨ ਸਿਸਟਮ ਤਗੜਾ ਹੋਵੇ ਤਾਂ ਬੰਦੇ ਨੂੰ ਕੁਝ ਨਹੀਂ ਹੁੰਦਾ, ਬੜੀ ਹੁੰਦਾ ਕਿ ਇਮਿਊਨ ਸਿਸਟਮ ਇੱਕ ਬੰਦੇ ਦਾ ਤਗੜਾ ਹੈਗਾ। 6 ਜਣੇ ਨੇ ਘਰ ਦੇ ਵਿੱਚ, ਇੱਕ ਬੰਦੇ ਦਾ ਬਹੁਤ ਤਗੜਾ ਇਮਿਊਨ ਸਿਸਟਮ ਹੈ, ਕਿ ਉਹ ਬਚ ਜਾਏਗਾ ਕਿ ਉਹਨੂੰ ਵੀ ਹੋਏਗਾ ਹੀ ਹੋਏਗਾ? ਨਹੀਂ, ਕੋਈ ਜ਼ਰੂਰੀ ਨਹੀਂ। ਸਾਰਾ ਟੱਬਰ ਨਹੀਂ ਹੁੰਦਾ ਕਈ ਵਾਰੀ ਇਨਵੋਲਵ, ਜਿੰਨੇ ਮਰਜ਼ੀ ਉਹ ਇਕੱਠੇ ਸੌਂਦੇ ਰਹਿਣ, ਇਹੋ ਜਿਹੇ ਬੰਦੇ ਹੋਣਗੇ ਜਿਹਨਾਂ ਨੂੰ ਨਹੀਂ ਹੋਏਗਾ, ਕੋਈ ਗਾਮ ਤਾਂ ਨਹੀਂ ਹੋਏਗੀ। ਆਮ ਹੀ ਦੇਖਦੇ ਆਪਾਂ ਪਰਿਵਾਰ ਸਾਰੇ ਟੱਬਰ ਦਾ ਮਤਲਬ ਇਹ ਨਹੀਂ ਕਿ ਸਾਰੇ ਦੇ ਸਾਰੇ ਟੱਬਰ ਨੂੰ ਹੋਊਗਾ, ਉਹ ਤਾਂ ਉਦੋਂ ਹੀ ਹੋਊਗਾ ਜਦੋਂ ਕੋਈ ਸਾਰੇ ਇਹੋ ਜਿਹੇ ਇੱਕੋ ਜਿਹੇ ਮਾਤਾ ਦਾ ਮਾਲ ਨੇ, ਵੀ ਨਹਾਉਂਦੇ ਵੀ ਨਹੀਂ ਹੈ, ਉਹ ਵੀ ਮਾੜੇ ਹੈ, ਖਾਣ ਪੀਣ ਵੀ ਮਾੜਾ, ਸਾਰੇ ਟੱਬਰ ਦਾ ਹੀ ਤਾਂ ਵੱਖਰੀ ਗੱਲ ਹੈ। ਲੇਕਿਨ ਆਮ ਤੌਰ 'ਤੇ ਕੀ ਹੋਊਗਾ, 2 ਜਾਂ 3 ਮੈਂਬਰਾਂ ਨੂੰ ਹੋਊਗਾ, 2-3 ਨੂੰ ਨਹੀਂ ਹੋਊਗਾ। ਹੁਣ ਆਈਏ ਆਪਾਂ ਕਿ ਖੁਰਕ ਪੈ ਗਈ, ਮਤਲਬ ਜੇ ਨਹੀਂ ਇਲਾਜ ਕਰਾਂਦਾ ਤਾਂ ਕੀ ਹੋਏਗਾ ਅੱਗੇ ਚੱਲ ਕੇ, ਕੀ ਹੋਏਗਾ? ਖੁਰਕ ਤਾਂ ਇੱਕ ਮਤਲਬ ਇੱਕ ਇਰੀਟੇਟਿੰਗ ਤਾਂ ਹੈ ਹੀ ਹੈ, ਬੰਦੇ ਨੂੰ ਘਬਰਾਹਟ ਵੀ ਹੋਣ ਲੱਗ ਜਾਂਦੀ, ਪਰ ਜੇ ਉਹ ਇਲਾਜ ਨਹੀਂ ਕਰਵਾਉਂਦਾ, ਖੁਰਕੀ ਵੀ ਆ ਰਿਹਾ, ਘਬਰਾਹਟ ਵੀ ਬਰਦਾਸ਼ਤ, ਕੀ ਹੁੰਦਾ ਫਿਰ ਅੱਗੇ ਚੱਲ ਕੇ? ਕਿਹੜੀ ਸ਼ਕਲ ਅਖਤਿਆਰ ਕਰੇਗਾ? ਬਹੁਤ ਭੈੜੀ ਸ਼ਕਲ ਅਖਤਿਆਰ ਕਰ ਜਾਂਦੀ ਸਕੇਬੀਜ਼। ਇਹ ਆਮ ਤੌਰ 'ਤੇ ਬੱਚਿਆਂ 'ਚ ਕਰਦੀ ਹੈ, ਕਿਉਂਕਿ ਬੱਚਿਆਂ ਦੀ ਸਕਿਨ ਨਰਮ ਹੁੰਦੀ ਹੈ ਨਾ। ਉਹ ਕਿਉਂ, ਜਦੋਂ ਖੁਰਕਦੇ ਹਾਂ ਆਪਾਂ ਤਾਂ ਸਕ੍ਰੈਚ ਪੈ ਗਏ, ਚਮੜੀ ਉੱਥੋਂ ਉਖੜ ਗਈ ਨਾ, ਉੱਥੇ ਇਨਫੈਕਸ਼ਨ ਹੋ ਜਾਏਗੀ, ਉਹ ਪੱਕ ਜਾਏਗਾ, ਪੀਕ ਪੈ ਜਾਏਗੀ। ਉਹ ਪੀਕ ਪੈ ਕੇ ਬੁਰਾ ਹਾਲ ਹੋ ਜਾਂਦਾ ਜਦੋਂ ਚਮੜੀ ਦੇ ਬੰਦੇ ਜਿਹੜੇ ਬੱਚੇ ਖਾਸ ਕਰਕੇ ਹੁੰਦੇ ਆ, ਜ਼ਖਮ ਹੋ ਜਾਣਗੇ ਪੂਰੀ ਬਾਡੀ 'ਤੇ। ਪਹਿਲਾਂ ਖਾਰਿਸ਼ ਹੁੰਦੀ ਸੀ, ਹੁਣ ਦਰਦ ਵੀ ਹੋਏਗੀ। ਉਹ ਪੀਕ ਪੈ ਗਈ ਤਾਂ ਹੋਰ ਨਾਲ ਉਹਦਾ ਮਤਲਬ ਬੁਖਾਰ ਹੋਣਾ ਸ਼ੁਰੂ ਹੋ ਜਾਏਗਾ, ਬੰਦੇ ਦੀ ਕਮਜ਼ੋਰ ਹੋ ਜਾਏਗਾ, ਕੰਮ ਕਰਨ ਨੂੰ ਜੀਅ ਨਹੀਂ ਕਰੇਗਾ, ਭੁੱਖ ਨਹੀਂ ਲੱਗੇਗੀ। ਸੋ ਸਾਰੀਆਂ ਅਲਾਮਤਾਂ ਜਿਹੜੀਆਂ ਨੇ ਆਉਣਗੀਆਂ ਉਹ। ਦੂਜੀ ਗੱਲ, ਇਚਿੰਗ ਆਪਣੇ ਆਪ 'ਚ ਇੰਨੀ ਜ਼ਿਆਦਾ ਇਸ ਨੌਬਤ ਇਸ ਕਰਕੇ ਵੀ ਨਹੀਂ ਆਉਂਦੀ। ਕੁਦਰਤ ਬੜੀ ਗ੍ਰੇਟ ਹੈ। ਉਹ ਕੁਦਰਤ ਇਸ ਕਰਕੇ ਇਚਿੰਗ ਬਹੁਤ ਜ਼ਿਆਦਾ ਕਰਦੀ ਹੈ ਕਿ ਭਾਈ ਕੁਛ ਕਰ, ਠੀਕ ਹੈ ਨਾ। ਉਹ ਉਸ ਤੋਂ ਪਹਿਲਾਂ ਕਿ ਉਹ ਇਹੋ ਜਿਹੀ ਸੀਰੀਅਸ ਸਥਿਤੀ 'ਚ ਪਹੁੰਚੇ ਅਤੇ ਸਰੀਰ ਲਈ ਧਮਕੀ ਬਣ ਜਾਏ ਕਿ ਉਹ ਮਰ ਵੀ ਸਕਦਾ ਬੰਦਾ, ਮਰ ਵੀ ਸਕਦਾ। ਜੇ ਮੈਂ ਕਹਿੰਦਾ ਜੇ ਕੁਦਰਤ ਇਹ ਨਾ ਅਲਾਮਤਾਂ ਦੇਵੇ, ਜੇ ਖਾਰਿਸ਼ ਦੀ ਅਲਾਮਤ ਨਾ ਹੁੰਦੀ ਤਾਂ ਇਹੋ ਜਿਹੀ ਸਟੇਜ ਵੀ ਆ ਸਕਦੀ ਸੀ ਵੀ ਬੰਦਾ ਖੁਰਕਦਾ ਹੈ ਅਤੇ ਜਾਂ ਸੈਕੰਡਰੀ ਇਨਫੈਕਸ਼ਨ ਹੋ ਗਈ ਤਾਂ ਉਹ ਉਸ ਤੋਂ ਬਾਅਦ ਫਿਰ ਪੀਕ ਪੈ ਗਈ ਤਾਂ ਫਿਰ ਕੁਦਰਤੀ ਗੱਲ, ਪੀਕ ਤਾਂ ਫਿਰ ਖਤਰਾ ਹੈ ਹੀ ਹੈ। ਇਹਦੇ 'ਚ ਇੱਕ ਚੀਜ਼ ਹੋਰ ਹੈ, ਜਿਹੜਾ ਸਵਾਲ ਅਕਸਰ ਮੇਰੇ ਦਿਮਾਗ 'ਚ ਆਉਂਦਾ ਹੁੰਦਾ, ਖਾਰਿਸ਼ ਹੁੰਦੀ ਹੈ ਤਾਂ ਬਾਡੀ ਨੂੰ ਆਪਾਂ ਜਦੋਂ ਸਕ੍ਰੈਚ ਕਰਦੇ ਹਾਂ ਤਾਂ ਉਹ ਸੋਜਾ ਵੀ ਆ ਜਾਂਦਾ, ਉਹਦੀ ਜਗ੍ਹਾ ਦੇ ਉੱਤੇ ਸੁੱਜ ਵੀ ਜਾਂਦੀ ਹੈ ਅਤੇ ਉਸ ਜਗ੍ਹਾ ਦੇ ਉੱਤੇ ਜ਼ਖਮ ਵੀ ਹੋ ਜਾਂਦਾ। ਇਹ ਤਾਂ ਹੋ ਗਿਆ ਬਾਹਰਲੀ ਸਾਈਡ ਦੇ ਉੱਤੋਂ। ਜੇ ਇਨਫੈਕਸ਼ਨ ਹੈਗੀ ਆ ਤਾਂ ਬਾਡੀ ਦੇ ਅੰਦਰ ਵੀ ਹੋਏਗੀ, ਤਾਂ ਜੇ ਅੰਦਰਲੀ ਹੋ ਗਈ, ਮੰਨ ਲਓ ਵੀ ਗਲੇ ਦੇ ਅੰਦਰਲੀ ਇੱਥੇ ਸਾਈਡ 'ਤੇ ਹੈਗਾ, ਤਾਂ ਜੇ ਇੱਥੇ ਸੋਜਾ ਤਾਂ ਬੰਦੇ ਦੀ ਫਿਰ ਜਾਨ ਨੂੰ ਖਤਰਾ। ਨਹੀਂ, ਉਹ ਇਹ ਜਿਹੜੀ ਸਕੇਬੀਜ਼ ਬਿਮਾਰੀ ਹੈ ਨਾ, ਇਹ ਚਮੜੀ ਦੀ ਹੀ ਬਿਮਾਰੀ ਹੈ। ਉਹ ਚਮੜੀ ਦੀ ਉੱਪਰਲੀ ਤਹਿ ਦੀ ਬਿਮਾਰੀ ਹੈ, ਨਾ ਅੰਦਰ ਡੂੰਘੀ ਨਹੀਂ ਜਾਂਦੀ ਹੈ। ਲੇਕਿਨ ਜਦੋਂ ਸੈਕੰਡਰੀ ਇਨਫੈਕਸ਼ਨ ਹੋ ਗਈ ਤਾਂ ਫਿਰ ਉਹਦਾ ਕੁਦਰਤੀ ਗੱਲ ਬੜਾ ਕੁਛ ਹੋ ਸਕਦਾ। ਜੇ ਉਹਦੇ ਤੋਂ ਉੱਪਰ ਜਦੋਂ ਜ਼ਖਮ ਹੋ ਗਏ ਉਹਦੇ ਉੱਪਰ ਅਤੇ ਬੈਕਟੀਰੀਆ ਆ ਗਏ ਅਤੇ ਪਸ ਬਣ ਗਈ
ਪੀਕ ਪੈ ਗਈ, ਫਿਰ ਤਾਂ ਸਭ ਕੁਝ ਹੋ ਸਕਦਾ, ਫਿਰ ਤਾਂ ਗੱਲ ਅਲੱਗ ਹੈ। ਲੇਕਿਨ ਆਮ ਤੌਰ 'ਤੇ ਕੀ ਹੁੰਦਾ ਹੈ, ਇਹ ਉਦੋਂ ਹੁੰਦਾ ਹੈ ਜਦੋਂ ਬਹੁਤ ਹੀ ਗਰੀਬ ਪਰਿਵਾਰ ਹੈ, ਇਲਾਜ ਨਹੀਂ ਕਰਾ ਰਿਹਾ, ਢੀਠ ਹੈ, ਜਾਂ ਇਲਾਜ ਕਰਨ ਦੇ ਪੈਸੇ ਨਹੀਂ ਹੈ, ਜਾਂ ਇਗਨੋਰਡ ਹੈ, ਫਿਰ ਤਾਂ ਬੜਾ ਕੁਛ ਹੋ ਸਕਦਾ। ਫਿਰ ਤਾਂ ਦੇਖੋ ਉਹ ਜੇ ਮੈਂ ਦੇਖਿਆ ਮਾੜੇ ਮੋਟੇ ਜ਼ਖਮ ਵਾਲੇ ਬੰਦੇ ਜਿਹੜੇ ਨੇ ਉਹਨਾਂ ਦੇ ਅਲਟੀਮੇਟਲੀ ਕੀੜੇ ਪੈ ਜਾਂਦੇ ਆ। ਉਹ ਕੀੜੇ ਕੀ ਹੁੰਦੇ ਆ, ਮੱਖੀਆਂ ਬੈਠੀ ਜਾਂਦੀਆਂ, ਮੱਖੀਆਂ ਵਿੱਚ ਬੱਚੇ ਦੇ ਜਾਂਦੀਆਂ ਨੇ, ਉਹਨੂੰ ਮੈਗਟਸ ਕਹਿੰਦੇ ਹਾਂ ਅਸੀਂ, ਅਤੇ ਮੁੜ ਕੇ ਉਹ ਠੀਕ ਹੀ ਨਹੀਂ ਹੁੰਦਾ। ਉਹ ਪੁਰਾਣੇ ਜ਼ਮਾਨੇ 'ਚ ਇੱਕ ਗਾਲ ਹੁੰਦੀ ਸੀ ਵੀ ਕੀੜੇ ਪੈ ਕੇ ਮਰੇ। ਕੀੜੇ ਪੈ ਕੇ ਮਰਨ ਦਾ ਮਤਲਬ ਕੀ, ਕਿ ਜੇ ਤੇਰੇ ਜ਼ਖਮ ਹੋ ਗਿਆ ਮਾੜਾ ਮੋਟਾ ਅਤੇ ਜੇ ਤੇ ਮੱਖੀਆਂ ਬੈਠੀ ਗਈਆਂ ਤਾਂ ਮੱਖੀਆਂ ਬੱਚੇ ਦੇ ਜਾਣਗੀਆਂ, ਅੰਡੇ ਦੇ ਜਾਣਗੇ, ਅੰਡੇ 'ਚੋਂ ਬੱਚੇ ਨਿਕਲਣਗੇ, ਬੱਚੇ ਉਹ ਵਿੱਚ ਕੀੜੇ ਬਣ ਜਾਂਦੇ ਆ। ਤਾਂ ਉਹ ਸਥਿਤੀ ਵਾਲੇ ਜਿਹੜੇ ਦੇਖੋ ਕੋਈ ਇੱਕ ਅੱਧਾ ਪਰਿਵਾਰ ਹੋਏਗਾ ਤਾਂ ਵੱਖਰੀ ਗੱਲ ਹੈ, ਜਾਂ ਬਹੁਤ ਹੱਦ ਦੀ ਗਰੀਬੀ ਵਾਲਾ ਪਰਿਵਾਰ ਹੋਏਗਾ ਤਾਂ ਉਹ ਵੱਖਰੀ ਗੱਲ ਹੈ ਕਿ ਉਹਨੂੰ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈ। ਲੇਕਿਨ ਆਮ ਤੌਰ 'ਤੇ ਕੀ ਹੁੰਦਾ ਕਿ ਖਾਰਿਸ਼ ਇੰਨੀ ਭੈੜੀ ਹੁੰਦੀ ਹੈ ਕਿ ਬੰਦਾ ਨਾਲ ਦੀ ਨਾਲ ਹੀ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਡਾਕਟਰ ਕੋਲ ਜਾਏਗਾ ਜਾਂ ਕਿਸੇ ਕੋਲ ਜਾਏਗਾ ਤਾਂ ਉਹਦਾ ਕੁਛ ਨਾ ਕੁਛ ਇੰਤਜ਼ਾਮ ਕਰੇਗਾ। ਤਾਂ ਇਹ ਸਥਿਤੀ ਆਮ ਤੌਰ 'ਤੇ ਸਕੇਬੀਜ਼ ਜਿਹੜੀ ਹੈ, ਖਤਰਨਾਕ ਰੂਪ ਵਾਲੀ ਸਕੇਬੀਜ਼ ਜਿਹੜੀ ਆਮ ਤੌਰ 'ਤੇ ਨਹੀਂ ਹੁੰਦੀ, ਲੇਕਿਨ ਫਿਰ ਵੀ ਬਹੁਤ ਇਰੀਟੇਟਿੰਗ ਹੈ, ਬੜੀ ਖਿਝ ਆਉਂਦੀ ਹੈ ਬੰਦੇ ਨੂੰ, ਅਤੇ ਬੰਦਾ ਕੰਮਕਾਰ ਵੇਲੇ ਵੀ ਤੰਗ ਹੁੰਦਾ, ਔਰ ਖਾਸ ਕਰਕੇ ਰਾਤ ਨੂੰ ਨੀਂਦ ਸੌਣ ਨਹੀਂ ਸਕਦਾ। ਸਕੇਬੀ ਵਾਲਾ ਬੰਦਾ ਚੈਨ ਦੀ ਨੀਂਦ ਨਹੀਂ ਸੌ ਸਕਦਾ, ਸਾਰੀ ਰਾਤ ਖੁਰਕੀ ਜਾਊਗਾ ਉਹ। ਤਾਂ ਇਸ ਕਰਕੇ ਉਹ ਜਿਹੜੀ ਖਾਰਿਸ਼ ਦੀ ਸਿੰਪਟਮ ਹੈ ਉਹ ਤੁਹਾਨੂੰ ਮਜਬੂਰ ਕਰਦੀ ਹੈ ਕਿ ਤੁਸੀਂ ਉਹਦਾ ਇਲਾਜ ਕਰਾਓ। ਇਹ ਤਾਂ ਹੋਗਾ ਸਕੈਬੀਜ਼ ਯਾਨੀ ਖੁਰਕ ਯਾਨੀ ਖਾਰਿਸ਼, ਖੁਜਲੀ ਜਿਹਨੂੰ ਹਿੰਦੀ 'ਚ ਕਹਿੰਦੇ। ਹੁਣ ਆਈਏ ਆਪਾਂ ਦੰਦ ਦੇ ਉੱਤੇ ਜਿਹੜੀ ਦੰਦਾਂ ਦੀ ਇਹ ਵੀ ਬੜੀ ਖਤਰਨਾਕ ਬਿਮਾਰੀ ਹੈ, ਕਿਉਂਕਿ ਇਹ ਦੰਦ ਜਿਹੜੀ ਹੈਗੀ ਹੈ ਇਹ ਸਕੈਬੀਜ਼ ਤੋਂ ਵੀ ਮੈਨੂੰ ਲੱਗਦਾ ਖਤਰਨਾਕ ਹੈ, ਕਿਉਂਕਿ ਇਹ ਬੋਡੀ ਨੂੰ ਇੱਕ ਅਜੀਬ ਜਿਹੀ ਸ਼ਕਲ ਦੇ ਜਾਂਦੀ ਹੈ। ਜਗ੍ਹਾ ਦੇ ਉੱਤੇ ਚਕਲੇ ਜਿਹੇ ਬਣ ਜਾਂਦੇ ਨੇ, ਹੋਰ ਕੁਛ ਬਣ ਜਾਂਦਾ, ਅਤੇ ਇਹ ਨਾਕਾਬਲੇ ਬਰਦਾਸ਼ਤ ਹੁੰਦਾ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਦੂਸਰੀ ਜਿਹੜੀ ਸਭ ਤੋਂ ਕਾਮਨ ਬਿਮਾਰੀ ਚਮੜੀ ਦੀ ਹੈਗੀ ਹੋ ਗਈ ਕੈਂਡੀਡਾ ਜਾਂ ਦੰਦਾਂ 'ਚ ਗੋਲ ਜਦੋਂ ਤੁਸੀਂ ਦਾ ਚੱਕਰ ਜਿਹੇ ਬਣ ਜਾਂਦੇ ਆ, ਜਦੋਂ ਚੱਕਰ ਜਿਹੇ ਬਣੇ ਤਾਂ ਪੱਕਾ ਹੀ ਇੱਕੋ ਹੀ ਬਿਮਾਰੀ ਹੈ ਚਮੜੀ ਦੀ, ਉਹਨੂੰ ਅਸੀਂ ਦੰਦਾਂ ਕਹਿੰਦੇ ਹਾਂ, ਕੈਂਡੀਡਾ ਕਹਿੰਦੇ ਹਾਂ। ਤਾਂ ਉਹ ਦੰਦਾਂ ਜਿਹੜੀਆਂ ਨੇ ਉਹ ਬੋਡੀ ਦੇ ਕਿਸੇ ਹਿੱਸੇ 'ਤੇ ਵੀ ਹੋ ਸਕਦੀਆਂ ਨੇ, ਪੂਰੀ ਬੋਡੀ 'ਤੇ ਵੀ ਹੋ ਸਕਦੀਆਂ ਨੇ, ਲੇਕਿਨ ਆਮ ਤੌਰ 'ਤੇ ਕੱਛਾਂ 'ਚ ਜਾਂ ਉਹਨਾਂ ਥਾਵਾਂ 'ਤੇ ਹੁੰਦੀਆਂ ਨੇ ਜਿੱਥੇ ਕਿ ਪਸੀਨਾ ਜ਼ਿਆਦਾ ਹੁੰਦਾ, ਸਿੱਲ ਜ਼ਿਆਦਾ ਹੁੰਦੀ ਹੈ। ਸੋ ਨਲਾਂ 'ਚ ਹੋ ਗਿਆ, ਲੇਡੀਜ਼ ਦੇ ਬ੍ਰੈਸਟ ਦੇ ਥੱਲੇ ਹੋ ਗਿਆ, ਕੱਛਾਂ 'ਚ ਹੋ ਗਿਆ, ਉਹਨਾਂ ਥਾਵਾਂ 'ਤੇ ਦੰਦਾਂ ਹੁੰਦੀਆਂ ਨੇ। ਦੰਦਾਂ ਦੀ ਵੀ ਇਹੀ ਮੇਨ ਪ੍ਰੋਬਲਮ ਹੈ ਕਿ ਦੰਦ ਦੇ ਅੰਦਰ ਵੀ ਖਾਰਿਸ਼ ਬਹੁਤ ਹੁੰਦੀ ਹੈ, ਉਹ ਬੰਦਾ ਰੋਕ ਵੀ ਨਹੀਂ ਸਕਦਾ। ਤੁਸੀਂ ਦੇਖਿਆ ਹੋਣਾ ਬੰਦੇ ਲਗਾਤਾਰ ਖੁਰਕੀ ਜਾਂਦੇ ਰਹਿੰਦੇ ਆ, ਜਿਹੜੇ ਨਲਾਂ ਵਾਲੇ ਨੇ ਉਹ ਵੀ ਖੁਰਕੀ ਜਾਂਦੇ ਨੇ, ਆਪਣੇ ਆਪ ਰੋਕ ਨਹੀਂ ਪਾਉਂਦੇ, ਹਾਲਾਂਕਿ ਬੜਾ ਭੈੜਾ ਲੱਗਦਾ ਵੀ ਬੰਦਾ ਨਲਾਂ 'ਚ ਖਾਰਿਸ਼ ਕਰੀ ਜਾ ਰਿਹਾ ਲਗਾਤਾਰ। ਤਾਂ ਉਹ ਤੁਸੀਂ ਦੇਖੇ ਹੋਣੇ ਬੰਦੇ ਕਿ ਖੁਰਕ ਰਹੇ ਆ, ਤਾਂ ਉਹ ਤੁਸੀਂ ਮਤਲਬ ਦੂਰੋਂ ਦੇਖ ਕੇ ਪਤਾ ਲੱਗ ਜਾਂਦਾ ਬੰਦੇ ਨੂੰ ਦੰਦਾਂ ਹੈਗੀਆਂ ਨੇ। ਤਾਂ ਬਾਕੀ ਕਿਸੇ ਵੀ ਥਾਂ 'ਤੇ ਗਰਦਨ 'ਤੇ, ਚਿਹਰੇ 'ਤੇ ਕਿਤੇ ਵੀ ਦਰਦ ਹੋ ਸਕਦੀ ਹੈ। ਦਰਦ ਦਾ ਕੋਈ ਇਹ ਨਹੀਂ ਹੈ ਵੀ ਇੱਥੇ ਨਹੀਂ ਹੋਊਗੀ। ਤਾਂ ਉਹ ਦੰਦਾਂ ਜਿਹੜੀਆਂ ਨੇ ਉਹਦਾ ਇਲਾਜ ਸੌਖਾ ਹੈ, ਉਹਦਾ ਇਲਾਜ ਇੰਨਾ ਔਖਾ ਨਹੀਂ ਹੈ, ਕਿਉਂਕਿ ਦਰਦ ਵਾਲੀ ਜਿਹੜੀ ਫੰਗਸ ਹੁੰਦੀ ਹੈ ਬੜੀ ਕਮਜ਼ੋਰ ਜਿਹੀ ਫੰਗਸ ਹੈ, ਇਹ ਬਹੁਤ ਸਟਰੋਂਗ ਨਹੀਂ ਹੈ। ਜਿਹੜਾ ਸਕੇਬੀਜ਼ ਦਾ ਕੀੜਾ ਬੜਾ ਸਟਰੋਂਗ ਹੈ, ਜਲਦੀ ਮਰਦਾ ਨਹੀਂ, ਕਿਉਂਕਿ ਚਮੜੀ ਦੇ ਥੱਲੇ ਲੁਕਿਆ ਹੁੰਦਾ। ਲੇਕਿਨ ਇਹ ਜਿਹੜੀ ਦਰਦ ਹੁੰਦੀ ਹੈ ਇਹ ਜਿਹੜੀ ਫੰਗਸ ਹੁੰਦੀ ਹੈ ਚਮੜੀ ਦੇ ਉੱਪਰ ਹੀ ਹੁੰਦੀ ਹੈ। ਔਰ ਇੱਕ ਦੂਜੀ ਗੱਲ ਇੱਥੇ ਸਮਝਣੀ ਜ਼ਰੂਰੀ ਹੈ ਕਿ ਦੰਦ ਦੀ ਇਨਫੈਕਸ਼ਨ ਹੋਣ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਦੰਦਾਂ ਵਾਲੀ ਜਿਹੜੀ ਫੰਗਸ ਹੈ ਉਹ ਸਾਡੀ ਸਭ ਦੀ ਬੋਡੀ 'ਤੇ ਹੁੰਦੀ ਹੈ। ਇਸ ਕਰਕੇ ਦੰਦਾਂ ਨੂੰ ਕਿਤੋਂ ਬਾਹਰੋਂ ਆਉਣ ਦੀ ਲੋੜ ਨਹੀਂ ਪੈਂਦੀ। ਦੰਦਾਂ ਨੂੰ ਆਪਾਂ ਕਹੀਏ ਵੀ ਛੂਤ ਦੀ ਬਿਮਾਰੀ ਹੈ, ਕਹਿ ਸਕਦੇ ਹਾਂ, ਲੱਗ ਜਾਂਦੀ ਇੱਕ ਦੂਜੇ ਤੋਂ, ਲੇਕਿਨ ਆਮ ਤੌਰ 'ਤੇ ਕਿ ਦੰਦਾਂ ਦੀ ਜਿਹੜੀ ਫੰਗਸ ਹੈ ਇਹ ਸਾਡੇ ਸਭ ਦੇ ਸਰੀਰ 'ਤੇ ਹੁੰਦੀ ਆ 100% 'ਤੇ ਹੀ ਹੁੰਦੀ ਆ। ਜਦੋਂ ਹੀ ਅਸੀਂ ਕਿਤੇ ਮਾੜੀ ਥਾਂ 'ਤੇ ਗਿੱਲੀ ਛੱਡੀ ਨਹੀਂ ਤਾਂ ਨਾਲ ਦੀ ਨਾਲ ਉਹ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਜਦ ਤੱਕ ਤੁਸੀਂ ਉਹਨੂੰ ਨਹਾਈ ਧੋਈ ਜਾਂਦੇ ਹੋ, ਵਧੀਆ ਸਾਫ਼ ਸਫਾਈ ਕਰੀ ਜਾਂਦੇ ਹੋ, ਤਦ ਤੱਕ ਤੁਸੀਂ ਬਚੇ ਹੋਏ ਹੋ। ਜੇ ਕਿਤੇ ਜਿੱਥੇ ਵੀ ਸਫਾਈ ਦੀ ਕਸਰ ਰਹਿ ਗਈ ਮਾੜੀ ਮੋਟੀ, ਉੱਥੇ ਆਪਣਾ ਘਰ ਬਣਾ ਲੈਂਦੀ ਹੈ। ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਫਿਰ ਉਹ ਦੰਦਾਂ ਦੀ ਸ਼ਕਲ 'ਚ ਲੈਣਾ ਸ਼ੁਰੂ ਕਰ ਦੇਵੇ। ਇਸ ਕਰਕੇ ਦੰਦਾਂ ਦਾ ਜਿਹੜਾ ਮਸਲਾ ਹੈ ਉਹ ਹਾਈਜਨ ਨਾਲ ਜ਼ਿਆਦਾ ਜੁੜਿਆ ਹੋਇਆ। ਜਿਹੜਾ ਬੰਦਾ ਸਾਫ਼ ਸਫਾਈਆਂ ਰੱਖਦਾ, 2 ਟਾਈਮ ਨਹਾਉਂਦਾ, ਉਹਨੂੰ ਆਮ ਤੌਰ 'ਤੇ ਦੰਦਾਂ ਨਹੀਂ ਹੁੰਦੀਆਂ, ਜਾਂ ਬਹੁਤ ਹੋਣਗੀਆਂ ਵੀ ਤਾਂ ਉਹੀ ਥਾਂ 'ਤੇ ਹੋਣਗੀਆਂ ਜਿੱਥੇ ਉਹ ਪਸੀਨਾ ਜ਼ਿਆਦਾ ਆਉਂਦਾ, ਜਾਂ ਕਈ ਲੋਕ ਜਿਹੜੇ ਨੇ ਥੱਲੇ ਜਿਹੜੇ ਇਗਵਾਈਨਲ ਰੀਜਨ 'ਚ ਵਾਲਾਂ ਦੀ ਸਫਾਈ ਨਹੀਂ ਕਰਦੇ, ਉੱਥੇ ਪਸੀਨਾ ਆਈ ਜਾਂਦਾ ਰਹਿੰਦਾ, ਉਹਦੇ ਕਰਕੇ ਹੋ ਜਾਂਦਾ। ਕੱਛਾਂ ਦੇ ਵਾਲਾਂ ਦੀ ਸਫਾਈ ਨਹੀਂ ਕਰਦੇ, ਉਹਦੇ ਕਰਕੇ ਦੰਦਾਂ ਹੋਣ ਲੱਗ ਜਾਂਦੀਆਂ ਨੇ। ਤਾਂ ਦੰਦਾਂ ਆਮ ਤੌਰ 'ਤੇ ਉਹਨਾਂ ਲੋਕਾਂ ਨੂੰ ਹੁੰਦੀਆਂ ਜਿਹੜੇ ਹਾਈਜੀਨਿਕ ਤੌਰ 'ਤੇ ਥੋੜ੍ਹੇ ਜਿਹੇ ਪੂਅਰ ਨੇ, ਤਾਂ ਉਹ ਦੰਦਾਂ ਜਿਹੜੀਆਂ ਨੇ ਇਹ ਇਲਾਜ ਕਰਨਾ ਇਹਨਾਂ ਦਾ ਬਹੁਤ ਸੌਖਾ ਹੈ। ਇਲਾਜ ਤਾਂ ਇਹਨਾਂ ਦਾ ਤੁਸੀਂ ਇੱਥੋਂ ਤੱਕ ਹੈ ਕਿ ਈਵਨ ਜੇ ਕੁਛ ਵੀ ਤੁਸੀਂ ਕਰ ਲਓ, ਈਵਨ ਜੇ ਖੋਪੇ ਤੇਲ ਵੀ ਢੰਗ ਸਿਰ ਲਾਉਣਾ ਸ਼ੁਰੂ ਕਰ ਦਿਓ ਤਾਂ ਖੋਪੇ ਤੇਲ ਇਕੱਲੇ ਨਾਲ ਠੀਕ ਹੋ ਜਾਂਦੀਆਂ ਨੇ। ਖੋਪੇ ਤੇਲ ਦੇ ਵਿੱਚ ਗਲੋ ਮਿਕਸ ਕਰਕੇ ਉਹ ਵੀ ਲਗਾਈ ਜਾਂਦੀ, ਬੜੀ ਕੁਛ ਵੀ ਇਹਦੇ 'ਚ ਨਾ ਕੋਈ ਵੀ ਗਲੋ ਮਿਕਸ ਕਰ ਲਓ,
ਨਿੰਮ ਮਿਕਸ ਕਰ ਲਓ, ਨਿੰਮ ਵਾਲਾ ਤੇਲ ਬਣਾ ਲਓ, ਕੋਈ ਨਾ ਕੋਈ ਜਿਹੜੀ ਦਵਾਈਆਂ ਮਲਣ ਵਾਲੀਆਂ ਆਉਂਦੀਆਂ ਨੇ ਦੀਆਂ ਸਕੇਬੀਜ਼ ਦੀਆਂ ਦੰਦਾਂ ਦੀਆਂ, ਉਹ ਤੇਲ 'ਚ ਮਿਕਸ ਕਰਕੇ ਲਾ ਲਓ। ਅਸੀਂ ਸੌਖਾ ਤਰੀਕਾ ਲੱਭ ਲਿਆ, ਅੱਗੇ ਅੰਗਰੇਜ਼ੀ ਦਵਾਈ ਦੀ ਟਿਊਬ ਨੂੰ ਖੋਪੇ ਤੇਲ 'ਚ ਮਲ ਕੇ ਲਾਉਣਾ ਸ਼ੁਰੂ ਕਰੋ, ਬਰਾਬਰ 2 ਟਾਈਮ। ਬਾਅਦ 'ਚ ਜਿਵੇਂ ਜਿਵੇਂ ਠੀਕ ਹੋਈ ਜਾਵੇ ਉਹਦਾ ਜਿਹੜੀ ਕਰੀਮ ਹੈ ਉਹਨੂੰ ਘਟਾਈ ਜਾਓ ਅਤੇ ਤੇਲ ਵਧਾਈ ਜਾਓ। ਅਲਟੀਮੇਟਲੀ ਤੇਲ ਦਾ ਰੂਟੀਨ ਲਗਾਤਾਰ ਜਾਰੀ ਰੱਖੋ। ਜਿਹੜਾ ਬੰਦਾ ਖੋਪਿਆ ਤੇਲ ਜਾਂ ਸਰੋਂ ਦਾ ਤੇਲ ਲਗਾਤਾਰ ਵਰਤ ਰਿਹਾ, ਉਹਨੂੰ ਦੰਦਾਂ ਹੁੰਦੀਆਂ ਨਹੀਂ ਆਮ ਤੌਰ 'ਤੇ, ਕਿਉਂਕਿ ਤੇਲ ਖੁਦ ਜਿਹੜੇ ਨੇ ਬੜੇ ਪ੍ਰੋਟੈਕਟਿਵ ਨੇ, ਬਹੁਤ ਜ਼ਿਆਦਾ ਸਾਨੂੰ ਬਚਾਉਂਦੇ ਆ। ਇਹ ਜਿਹੜਾ ਇਲਾਜ ਹੈ ਸਕੈਬੀਜ਼ ਦੇ ਵਿੱਚ ਵੀ, ਖਾਰਿਸ਼ ਦੇ ਵਿੱਚ ਵੀ? ਨਹੀਂ, ਸਕੇਬੀਜ਼ ਦੀ ਜਿਹੜੀ ਕੀਟਾਣੂ ਹੁੰਦਾ ਉਹ ਡੂੰਘਾ ਹੁੰਦਾ, ਉਹਦੇ 'ਤੇ ਇਕੱਲਾ ਤੇਲ ਕਾਫੀ ਨਹੀਂ ਰਹੂਗਾ, ਕਿਉਂਕਿ ਉਹ ਡੀਪ ਹੈ ਨਾ, ਉਹ ਡੀਪ ਹੈ, ਉਹ ਤਾਂ ਥੱਲੇ ਲੁਕਿਆ ਹੁੰਦਾ। ਜਿਹੜੀ ਫੰਗਸ ਹੁੰਦੀ ਹੈ ਉੱਪਰ ਹੁੰਦੀ ਹੈ, ਬਹੁਤੀ ਡੂੰਘੀ ਨਹੀਂ ਹੁੰਦੀ। ਜਦੋਂ ਤੁਸੀਂ ਤੇਲ ਦੱਬ ਕੇ ਰਗੜ ਕੇ ਮਲ ਲੈਂਦੇ ਹੋ ਤੇਲ, ਤਾਂ ਉਹ ਤੇਲ ਉੱਥੋਂ ਤੱਕ ਪਹੁੰਚ ਜਾਂਦਾ। ਦੂਜੀ ਗੱਲ, ਉਹਦੀ ਮਲਟੀਪਲੀਕੇਸ਼ਨ ਜਿਹੜੀ ਹੈ ਤੇਲ ਦੀ ਹਾਜ਼ਰੀ 'ਚ ਬੰਦ ਹੋ ਜਾਂਦੀ ਹੈ। ਜਿਹੜੀ ਫੰਗਸ ਹੈ ਉਹ ਤੇਲ ਦੀ ਹਾਜ਼ਰੀ 'ਚ ਮਲਟੀਪਲਾਈ ਕਰਨੋਂ ਬੰਦ ਕਰ ਦਿੰਦੀ ਹੈ। ਸੋ ਜੇ ਤੁਸੀਂ ਮਲਣ ਵਾਲੀ ਦਵਾਈ, ਜਿਹੜੀਆਂ ਐਂਟੀਫੰਗਲ ਕਰੀਮਸ ਨੇ ਅੱਜ ਕੱਲ੍ਹ, ਐਂਟੀਫੰਗਲ ਕਰੀਮਸ ਇਕੱਲੀ ਵਰਤ ਲਓ, ਜਾਂ ਐਂਟੀਫੰਗਲ ਕਰੀਮ ਦੇ ਨਾਲ ਅੱਜ ਕੱਲ੍ਹ ਸਟੀਰੋਇਡ ਨਾਲ ਮਿਕਸ ਆਉਣ ਲੱਗ ਗਿਆ, ਤਾਂ ਕਿ ਖਾਰਿਸ਼ ਵੀ ਫੌਰੀ ਵੀ ਠੀਕ ਹੋ ਜਾਂਦੀ ਹੈ, ਅਤੇ ਜਿਹੜੀ ਐਂਟੀਫੰਗਲ ਦਵਾਈ ਹੈ ਉਹਦੇ ਨਾਲ ਫੰਗਸ ਵੀ ਠੀਕ ਹੋ ਜਾਂਦੀ ਹੈ। ਆਮ ਤੌਰ 'ਤੇ ਜਿਹੜੀ ਚੋਇਸ ਫੇਵਰਟ ਦਵਾਈਆਂ ਨੇ ਲੋਕਾਂ ਦੀਆਂ ਦੰਦਾਂ ਦੀਆਂ, ਉਹ ਇੱਕ ਐਂਟੀਫੰਗਲ ਹੈ, ਉਹਦੇ 'ਚ ਇੱਕ ਸਟੀਰੋਇਡ ਹੈ। ਸਟੀਰੋਇਡ ਦਾ ਕੀ ਗੁਣ ਹੈ ਕਿ ਸਟੀਰੋਇਡ ਤੁਹਾਡੀ ਖਾਰਿਸ਼ ਫੌਰੀ ਹਟਾ ਦਿੰਦਾ, ਅਤੇ ਨਾਲ ਐਂਟੀਫੰਗਲ ਪਾਈ ਹੋਈ ਉਹ ਫੰਗਸ ਨੂੰ ਠੀਕ ਕਰ ਦਿੰਦੀ ਹੈ। ਸੋ ਆਮ ਤੌਰ 'ਤੇ ਇਹਦਾ ਇਲਾਜ ਹੁਣ ਇੰਨਾ ਸੌਖਾ ਹੋ ਗਿਆ ਹੋਇਆ ਆਪਾਂ ਦੰਦਾਂ ਦਾ, ਕਿ ਬੰਦੇ ਆਪ ਹੀ ਕਰ ਲੈਂਦੇ ਆ ਆਪੇ ਉੱਥੋਂ। ਉਹ ਦੰਦਾਂ ਦੀਆਂ ਆਯੁਰਵੈਦਿਕ ਦੇ ਅੰਦਰ ਵੀ ਬਹੁਤ ਸਾਰੀਆਂ ਕਰੀਮਾਂ ਅਵੇਲੇਬਲ ਨੇ, ਉਹ ਵੀ ਲਾ ਸਕਦੇ ਹਾਂ ਆਪਾਂ, ਉਹ ਵੀ ਠੀਕ ਕਰ ਦਿੰਦੀਆਂ ਨੇ। ਤੁਸੀਂ ਜਿਹੜਾ ਹੈਗਾ ਛੋਟੀ ਚੀਜ਼ਾਂ, ਜਿਵੇਂ ਨਿੰਮ ਦਾ ਤੇਲ ਹੈ, ਉਹ ਲਾ ਲਓ, ਜਾਂ ਐਲੋਵੇਰਾ ਮਲ ਲਓ ਚਮੜੀ ਦੇ ਉੱਪਰ। ਉਹ ਇਹਦੇ 'ਚ ਵਰਜਿਨ ਕੋਕੋਨਟ ਆਇਲ ਦੇ ਵਿੱਚ ਮਿਕਸ ਕਰਕੇ? ਨਹੀਂ, ਐਲੋਵੇਰਾ ਵੈਸੇ ਮਲ ਲਓ, ਉਸੇ ਰॉ ਐਲੋਵੇਰਾ ਲੈ ਕੇ ਉਹਨੂੰ 4 ਇੰਚੀ ਦਾ ਟੁਕੜਾ ਤੋੜੋ, ਅਤੇ ਨਾ ਬਸ ਪਲਪ ਕੱਢਣ ਦੀ ਵੀ ਲੋੜ ਨਹੀਂ, 2 ਫਾੜ ਕਰੋ ਅਤੇ ਮਲ ਲਓ, ਚਮੜੀ ਦੇ ਉੱਪਰ ਮਲ ਲਓ, ਉਹ ਵੀ ਇਫੈਕਟ ਕਾਰਗਰ ਹੋ ਜਾਂਦੀ ਆ। ਪਰ ਜੇ ਸਵੀਅਰ ਨੇ ਤਾਂ ਫਿਰ 2-4 ਦਿਨ, 5 ਦਿਨ, 10 ਦਿਨ ਜਾਂ 15 ਦਿਨ ਕੋਈ ਨਾ ਕੋਈ ਐਂਟੀ ਫੰਗਲ ਕਰੀਮ ਅਤੇ ਖੋਪੇ ਦਾ ਤੇਲ ਦਾ ਕੰਬੀਨੇਸ਼ਨ ਇਹਨੂੰ ਵਰਤ ਲਓ। ਬਾਅਦ 'ਚੋਂ ਕਰੀਮ ਘਟਾਈ ਜਾਓ ਅਤੇ ਤੇਲ ਵਧਾਈ ਜਾਓ, ਇਹਦੇ ਨਾਲ ਠੀਕ ਹੋ ਜਾਂਦੀਆਂ ਨੇ। ਜੇ ਬਹੁਤੀਆਂ ਸਵੀਅਰ ਨੇ ਜਾਂ ਸਾਰੀ ਬਾਡੀ 'ਤੇ ਹੋ ਗਈਆਂ ਨੇ, ਫਿਰ ਉਹ ਖਾਣ ਵਾਲੀਆਂ ਦਵਾਈਆਂ ਵੀ ਹੈਗੀਆਂ ਨੇ, ਐਂਟੀਫੰਗਲ ਡਰੱਗਸ ਹੈਗੀਆਂ ਨੇ। ਪਰ ਆਮ ਤੌਰ 'ਤੇ ਮੈਂ ਦੇਖਿਆ ਜਿਹੜੀਆਂ ਆਮ ਜਿਹੜੀ ਲੋਕਾਂ ਨੂੰ ਜਿੰਨੀ ਹੁੰਦੀ ਹੈ ਦੰਦਾਂ, ਉਹਦੇ 'ਚ ਜਲਦੀ ਐਂਟੀਫੰਗਲ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਅੱਜ ਕੱਲ੍ਹ ਵਰਤਾਰਾ ਕੀ ਹੋ ਰਿਹਾ ਕਿ ਐਂਟੀਫੰਗਲ ਜੇ ਅਸੀਂ ਆਮ ਹੀ ਖਾਣ ਲੱਗੇ ਹਾਂ, ਅਤੇ ਉਹਦੇ ਨਾਲ ਕੀ ਹੋਇਆ ਕਿ ਕੱਲ੍ਹ ਨੂੰ ਕੋਈ ਤੁਹਾਨੂੰ ਸੀਰੀਅਸ ਫੰਗਸ ਅਗਰ ਘੇਰ ਲੈਂਦੀ ਹੈ, ਤਾਂ ਫਿਰ ਉਹ ਜਿਹੜੀਆਂ ਐਂਟੀਫੰਗਲ ਦਵਾਈਆਂ ਨੇ ਉਹ ਅਸਰ ਨਹੀਂ ਕਰਦੀਆਂ। ਇਸ ਕਰਕੇ ਬੇਨਤੀ ਸਾਰਿਆਂ ਨੂੰ ਇਹ ਹੈ ਕਿ ਮਾੜੀ ਮੋਟੀ ਦੰਦਾਂ ਦੇ ਵਿੱਚ ਖਾਣ ਵਾਲੀ ਦਵਾਈ ਨਾ ਵਰਤੋ। ਐਂਟੀਫੰਗਲ ਫਲਕੋਨਾਜ਼ੋਲ ਹੈ, ਜਾਂ ਹੋਰ ਬਹੁਤ ਸਾਰੀਆਂ ਦਵਾਈਆਂ ਨੇ ਐਂਟੀਫੰਗਲ, ਜਿਹੜੀਆਂ ਕਿ ਨਾ ਵਰਤੋ ਤਾਂ ਬਿਹਤਰ ਹੈ। ਹਲਕੀ ਫੁਲਕੀ ਅਗਰ ਦੰਦਾਂ ਹੈਗੀਆਂ ਨੇ ਤਾਂ ਫਿਰ ਤੁਸੀਂ ਮਲਣ ਵਾਲੀ ਦਵਾਈ ਇਕੱਲੀ ਨਾਲ ਇਲਾਜ ਕਰ ਲਓ, ਉਹ ਜ਼ਿਆਦਾ ਬੈਟਰ ਹੈ। ਉੱਥੇ ਸਾਫ਼ ਸਫਾਈਆਂ ਕਰ ਲਓ, ਅਗਰ ਵਾਲ ਵੂਲ ਹੈਗੇ ਉੱਥੇ ਤਾਂ ਉੱਥੋਂ ਵਾਲ ਸਾਫ਼ ਕਰ ਲਓ, ਅਤੇ ਉਸ ਤੋਂ ਬਾਅਦ ਕਰੀਮ ਅਤੇ ਖੋਪੇ ਦਾ ਤੇਲ ਲਾ ਲਓ, ਅਤੇ ਖੋਪੇ ਦਾ ਤੇਲ ਲਗਾਤਾਰ ਲਾਈ ਜਾਓ। ਫਿਰ ਧੁੱਪ ਦਾ ਕਿੰਨਾ ਕੁ ਰੋਲ ਹੁੰਦਾ? ਧੁੱਪ 'ਚ ਬੈਠਣ ਨਾਲ ਕਹਿੰਦੇ ਕੀਟਾਣੂ ਮਰਦੇ? ਨਹੀਂ, ਧੁੱਪ ਦਾ ਰੋਲ ਤਾਂ ਖੈਰ ਚਲੋ ਹੈਲਥ ਵਾਸਤੇ ਹੈ ਹੀ ਹੈ, ਚਮੜੀ ਸਟਰੋਂਗ ਹੁੰਦੀ ਉੱਥੇ ਦੀ, ਲੇਕਿਨ ਧੁੱਪ 'ਚ ਸਗੋਂ ਜਿਹੜੇ ਲੋਕ ਧੁੱਪ 'ਚ ਜਾਂਦੇ ਆ, ਪਸੀਨਾ ਵੀ ਤਾਂ ਜ਼ਿਆਦਾ ਆਉਂਦਾ ਨਾ ਉਹਨੂੰ। ਸੋ ਜਿਹੜਾ ਕੱਪੜਿਆਂ ਥੱਲੇ ਪਸੀਨਾ ਆਏਗਾ ਧੁੱਪ 'ਚ ਜਾ ਕੇ, ਉਹ ਪਸੀਨਾ ਜਿੱਥੇ ਆਏਗਾ ਉੱਥੇ ਸਗੋਂ ਫੰਗਸ ਦੇ ਵਧਣ ਦੇ ਚਾਂਸਸ ਜ਼ਿਆਦਾ ਹੋ ਜਾਣਗੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਧੁੱਪ ਨੂੰ ਅਗਰ ਬੰਦਾ ਐਕਸਪੋਜ਼ ਕਰੇ ਆਪਣੇ ਆਪ ਨੂੰ, ਉਹਦੇ ਨਾਲ ਬੰਦੇ ਦੀ ਇਮਿਊਨਿਟੀ ਵੱਧ ਜਾਂਦੀ ਆ, ਉਹ ਡਿਫਰੈਂਟ ਗੱਲ ਹੋ ਗਈ ਨਾ। ਲੇਕਿਨ ਇੱਥੇ ਧੁੱਪ 'ਚ ਅਗਰ ਬੰਦਾ ਕੰਮ ਕਰਨ ਵਾਲਾ ਬੰਦਾ ਹੈਗਾ, ਅਤੇ ਉਹ ਧੁੱਪ 'ਚ ਜਾ ਰਿਹਾ ਅਤੇ ਉਹਦੇ ਪਸੀਨਾ ਬਹੁਤ ਆ ਰਿਹਾ, ਤਾਂ ਉਹਦੇ 'ਚ ਫਿਰ ਉਹਨੂੰ ਦੰਦਾਂ ਹੋਣ ਦੀ ਸੰਭਾਵਨਾ ਵੱਧ ਜਾਏਗੀ। ਹਾਂ, ਬਿਲਕੁਲ ਸਹੀ ਕਿਹਾ ਤੁਸੀਂ ਕਿ ਜੇ ਧੁੱਪ ਜਿਹੜਾ ਬੰਦਾ ਫਰੀਕੁਐਂਟਲੀ ਜਾਂਦਾ, ਬੈਠਦਾ ਹੈ ਸਰੀਰ ਨੂੰ ਨੰਗਾ ਕਰਕੇ, ਉਹਦੇ ਵਿੱਚ ਉਹਦੀ ਜਿਹੜੀ ਸਕਿਨ ਹੈ ਉਹ ਰਿਲੇਟਿਵਲੀ ਜ਼ਿਆਦਾ ਇਮਿਊਨ ਹੁੰਦੀ ਹੈ ਇਹਨਾਂ ਬਿਮਾਰੀਆਂ ਨੂੰ, ਤਾਂ ਉਸ ਐਂਗਲ ਤੋਂ ਧੁੱਪ ਵੀ ਵਧੀਆ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕਿਆ ਕਮਾਲ ਦੀ ਜਾਣਕਾਰੀ ਦਿੱਤੀ ਹੈ। ਜਾਂਦੇ ਕੋਈ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੋਗੇ, ਕੋਈ ਜਿਹੜੇ ਇਹਦੇ ਵਿੱਚ ਸਕੈਬੀਜ਼ ਵਾਸਤੇ ਜਾਂ ਫਿਰ ਦੰਦਾਂ ਵਾਸਤੇ?
ਉਹ ਟਿਪ ਆਫ ਦਾ ਇੰਟਰਵਿਊ ਇਹੀ ਹੈ ਮੇਰੇ ਖਿਆਲ 'ਚ ਕਿ ਸਭ ਤੋਂ ਵਧੀਆ ਹੁੰਦੀ ਹੈ ਪ੍ਰੀਵੈਂਸ਼ਨ, ਪਰਹੇਜ਼, ਕਿ ਇਹਨਾਂ ਦੋਨਾਂ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਕਾਰਗਰ ਤਰੀਕਾ ਹੈ ਕਿ ਆਪਣੇ ਆਪ ਨੂੰ ਹਾਈਜੀਨਿਕ ਰੱਖੋ। 2 ਟਾਈਮ ਗਰਮੀਆਂ 'ਚ ਅਤੇ 1 ਟਾਈਮ ਸਰਦੀਆਂ 'ਚ ਪੱਕਾ ਨਹਾਓ, ਕਿਉਂਕਿ ਸਾਡੇ ਤਾਂ ਕਲਚਰ ਦਾ ਪਾਰਟ ਹੈ ਇਸ਼ਨਾਨ। ਇਸ਼ਨਾਨ ਸਾਡੇ ਨਾਲ ਪਿੱਤਰਤਾ ਨਾਲ ਜੁੜਿਆ ਹੋਇਆ ਹੈ, ਸਾਡੇ ਆਸਥਾ ਨਾਲ ਜੁੜਿਆ ਹੋਇਆ, ਧਰਮ ਨਾਲ ਜੁੜਿਆ ਹੋਇਆ। ਦੇਖੋ ਸਾਡੇ ਸਿੱਖ ਧਰਮ ਦਾ ਇਸ਼ਨਾਨ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਉਸ ਤੋਂ ਬਿਨਾਂ ਬੰਦਾ ਸੋਚ ਹੀ ਨਹੀਂ ਸਕਦਾ ਵੀ ਮੈਂ ਇਸ਼ਨਾਨ ਨਾ ਕਰਾਂ। ਮੈਂ ਇਹੋ ਜਿਹੇ ਬੰਦੇ ਵੀ ਦੇਖੇ ਆ ਜਿਹੜੇ ਕਿ ਗਰਮ ਪਾਣੀ ਅਗਰ ਨਹੀਂ ਉਪਲਬਧ ਹੁੰਦਾ ਤਾਂ ਸਰਦੀਆਂ 'ਚ ਵੀ ਠੰਡੇ ਪਾਣੀ ਨਾਲ ਨਹਾਉਂਦੇ ਆ, ਲੇਕਿਨ ਨਹਾਉਂਦੇ ਜ਼ਰੂਰ ਨੇ। ਮੈਂ ਨਹਾਉਣਾ ਜੀ, ਮੈਂ ਠੰਡੇ ਪਾਣੀ। ਹਾਂ, ਅਤੇ ਮੈਨੂੰ ਵੀ ਯਾਦ ਹੈ ਇੱਕ ਵਾਰੀ ਸ਼ਿਮਲੇ ਫਸ ਗਏ ਕਿਤੇ, ਅਤੇ ਪਾਣੀ ਬਹੁਤ ਠੰਡਾ ਸੀਗਾ, ਅਤੇ ਉਹ ਹੋਟਲ ਜਿਹੜੇ ਠਹਿਰੇ ਅਸੀਂ ਉਦੋਂ ਪੈਸੇ ਪੂਸੇ ਹੁੰਦੇ ਨਹੀਂ ਸੀ, ਜਿਵੇਂ ਮਾੜੇ ਹੋਟਲ ਠਹਿਰੇ ਪਏ ਸੀ, ਤਾਂ ਉਹ ਜਵਾਬ ਦੇ ਗਏ। ਮੈਂ ਕਿਹਾ ਵੀ ਨਹਾਉਣਾ ਤਾਂ ਜ਼ਰੂਰ, ਨਹਾਏ ਬਿਨਾਂ ਨਹੀਂ ਕੰਮ ਚੱਲਦਾ। ਬਹੁਤ ਬਰਫ਼ ਠੰਡੇ ਪਾਣੀ ਨਾਲ ਨਹਾਇਆ, ਅਤੇ ਫਿਰ ਨਹਾ ਕੇ ਫਿਰ ਉਹ ਠੰਡੇ ਪਾਣੀ ਨਾਲ ਨਹਾਉਣ ਦਾ ਜਿਹਨਾਂ ਨੂੰ ਐਕਸਪੀਰੀਅੰਸ ਹੈ ਉਹਨਾਂ ਨੂੰ ਪਤਾ ਹੋਣਾ ਕਿ ਠੰਡੇ ਪਾਣੀ ਨਾਲ ਤੁਸੀਂ ਇੱਕ ਵਾਰੀ ਨਹਾ ਲਓ, ਉਦੋਂ ਹੀ ਠੰਡ ਲੱਗਦੀ ਹੈ, ਬਾਅਦ 'ਚ ਨਹੀਂ ਹਟਦੀ, ਬਾਅਦ 'ਚ ਉਲਟਾ ਹੋ ਜਾਂਦਾ। ਸੋ ਇਸ ਕਰਕੇ ਉਸ ਵੇਲੇ ਜ਼ਰੂਰ ਇੱਕ ਵਾਰੀ ਜਦੋਂ ਪੰਡੇ ਤੇ ਪਹਿਲਾ ਮੱਗ ਪਾਈਦਾ, ਉਦੋਂ ਇੱਕ ਵਾਰੀ ਜ਼ਰੂਰ ਕੰਬਣੀ ਛਿੜਦੀ ਹੈ, ਲੇਕਿਨ ਬਾਅਦ 'ਚ ਉਲਟਾ ਸੋ ਗਰਮੀ ਆ ਜਾਂਦੀ ਹੈ। ਅਤੇ ਇਸ ਕਰਕੇ ਜਿਹੜਾ ਹੈ ਟਿਪ ਆਫ ਦਾ ਇੰਟਰਵਿਊ ਤਾਂ ਇਹੀ ਹੈ ਕਿ ਜਿਹੜੀ ਹਾਈਜੀਨ ਹੈ ਕਿ ਆਪਣੇ ਹੱਥ ਪੈਰ ਧੋਵੋ 2 ਟਾਈਮ, ਚਾਹੇ ਸਰਦੀ ਹੈ ਚਾਹੇ ਗਰਮੀ ਹੈ, ਅਤੇ ਜੇ ਗਰਮੀ ਹੈ ਤਾਂ 2 ਟਾਈਮ ਨਹਾਓ। ਜਿਹੜਾ ਗਰਮੀਆਂ 'ਚ ਵੀ ਸ਼ਾਮ ਨੂੰ ਵੀ ਆ ਕੇ ਘਰ ਨਹਾ ਲੈਂਦਾ ਅਤੇ ਸਵੇਰੇ ਨਾ ਜਾਣ ਲੱਗਿਆ ਨਹਾ ਲੈਂਦਾ, ਤਾਂ ਮੈਨੂੰ ਕੋਈ ਰੀਜ਼ਨ ਨਹੀਂ ਕਿ ਉਹਨੂੰ ਸਕੇਬੀਜ਼ ਹੋਏਗੀ ਜਾਂ ਫੰਗਸ ਹੋਏਗੀ। ਅਤੇ ਜੇ ਹੋਊਗੀ ਵੀ ਮਾੜੀ ਮੋਟੀ ਹਲਕੀ ਫੁਲਕੀ, ਕਿਉਂਕਿ ਇਹ ਬਿਮਾਰੀਆਂ ਦੇ ਕੀਟਾਣੂ ਤੁਹਾਡੇ ਆਲੇ ਦੁਆਲੇ ਹੁੰਦੇ ਹੀ ਨੇ, ਤਾਂ ਉਹ ਜੇ ਥੋੜ੍ਹੀਆਂ ਬਹੁਤੀਆਂ ਜਿਹੜੀ ਖੋਪਿਆ ਤੇਲ ਜਿਵੇਂ ਸਭ ਲਾਉਣਾ, ਸਰੋਂ ਦਾ ਤੇਲ ਲਾਉਣਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਪ੍ਰੋਟੈਕਟਿਵ ਹੁੰਦੀਆਂ ਨੇ, ਅਤੇ ਇਹਨੇ ਨਾਲ ਹੀ ਸਰ ਜਾਂਦਾ, ਉਹਦਾ ਬਹੁਤਾ ਇਲਾਜ ਲੂਜ ਕਰਨ ਦੀ ਲੋੜ ਨਹੀਂ ਪੈਂਦੀ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਖੁਜਲੀ, ਖਾਰਿਸ਼ ਅਤੇ ਖੁਰਕ, ਜਿਹਨੂੰ ਸਕੈਬੀਜ਼ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਇਹ ਪਲੱਸ ਦੰਦਾਂ ਜਿਹੜੀਆਂ ਕਿ ਸਾਨੂੰ ਜਾਨ ਤੱਕ ਬਣ ਜਾਂਦੀ ਹੈ। ਜਦੋਂ ਬੰਦੇ ਨੂੰ ਖਾਰਿਸ਼ ਹੁੰਦੀ ਹੈ ਤਾਂ ਉਦੋਂ ਬੰਦਾ ਪੱਟ ਕੇ ਖਾ ਜਾਂਦਾ ਆਪਣਾ ਸਰੀਰ, ਖੁਰਕ, ਇਹ ਪਰਵਾਹ ਨਹੀਂ ਕਰਦਾ ਵੀ ਮੈਨੂੰ ਦੇਖਣ ਵਾਲਾ ਕੀ ਕਹੇਗਾ। ਉਦੋਂ ਸਿਰਫ ਅਤੇ ਸਿਰਫ ਉਹਦੇ ਮਨ ਦੇ ਉੱਤੇ ਇੱਕ ਜਨੂਨ ਸਵਾਰ ਹੋ ਜਾਂਦਾ ਵੀ ਮੈਂ ਇੱਥੇ ਖਾਰਿਸ਼ ਕਰਨੀ ਹੈ। ਇੱਕ ਉਹਨੂੰ ਮਜ਼ਾ ਵੀ ਆ ਰਿਹਾ ਹੁੰਦਾ, ਉਸ ਟਾਈਮ ਉਹਨੂੰ ਮਜ਼ਾ ਵੀ ਆ ਰਿਹਾ ਹੁੰਦਾ ਖਾਰਿਸ਼ ਕਰਕੇ, ਅਤੇ ਜਦੋਂ ਖਾਰਿਸ਼ ਕਰਕੇ ਹਟਦਾ ਤਾਂ ਉਸ ਤੋਂ ਬਾਅਦ ਦੇ ਨਤੀਜੇ ਜਿਹੜੇ ਨੇ ਉਹ ਬੜੇ ਭਿਅੰਕਰ ਨਿਕਲ ਕੇ ਸਾਹਮਣੇ ਆਉਂਦੇ। ਸੋਜਾ ਆ ਜਾਂਦਾ, ਇਨਫੈਕਸ਼ਨ ਹੋ ਜਾਂਦੀ ਹੈ, ਉੱਥੇ ਜ਼ਖਮ ਹੋ ਜਾਂਦਾ, ਬਹੁਤ ਤਰ੍ਹਾਂ ਦੀਆਂ ਇਹ ਜਿਹੜੀਆਂ ਅਲਾਮਤਾਂ ਪੈਦਾ ਹੋ ਜਾਂਦੀਆਂ ਨੇ। ਅਤੇ ਉਹ ਖਾਰਿਸ਼ ਜਿਹੜੀ ਹੈ ਨਾ ਸਿਰਫ ਉਹਨੂੰ ਹੁੰਦੀ ਹੈ ਬਲਕਿ ਉਹਦੇ ਪਰਿਵਾਰ ਨੂੰ ਵੀ, ਅਤੇ ਜਿਹੜੇ ਉਹਨੇ ਮਿਲਣ ਗਿਲਣ ਵਾਲੇ ਨੇ ਉਹਨਾਂ ਨੂੰ ਵੀ ਜਿਹੜੀ ਆ ਉਹ ਖਰਾਬ ਕਰਦੀ ਹੈ, ਉਹਨਾਂ ਨੂੰ ਵੀ ਬਿਮਾਰੀ ਲੱਗ ਜਾਂਦੀ ਹੈ। ਇੱਥੋਂ ਤੱਕ ਕਿ ਉਹ ਸਮਾਜ ਦਾ ਇੱਕ ਨੈਗਲੈਕਟਿਡ ਪਾਰਟ ਬਣ ਜਾਂਦਾ, ਸਮਾਜ ਉਹ ਤੋਂ ਨਫ਼ਰਤ ਕਰਨ ਲੱਗ ਜਾਂਦਾ, ਉਹ ਤੋਂ ਦੂਰ ਹੋਣ ਲੱਗ ਜਾਂਦਾ। ਅਤੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਜਿਸ ਤਰੀਕੇ ਦੇ ਨਾਲ ਇਸ ਚੀਜ਼ ਦਾ ਇਲਾਜ ਦੱਸਿਆ, ਉਹ ਬਹੁਤ ਹੀ ਕਾਰਗਰ ਇਲਾਜ ਲੱਗਦਾ ਹੈਗਾ। ਸਿਰਫ 2 ਜਾਂ 3 ਵਾਰੀ 3 ਹਫ਼ਤੇ ਇਸ ਨੂੰ ਕਰਨਗੇ ਤਾਂ ਖਾਰਿਸ਼ ਜਿਹੜੀ ਆ ਉਹ ਜਾ ਸਕਦੀ ਹੈ, ਜੇ ਇਹਨਾਂ ਨੂੰ ਪੂਰੀ ਤਰ੍ਹਾਂ ਫੋਲੋ ਕੀਤਾ ਜਾਵੇ। ਅਤੇ ਜਿਹੜੇ ਦੰਦਾਂ ਨੇ ਉਹ ਕਹਿੰਦੇ ਵੀ ਉਸ ਤੋਂ ਵੀ ਆਸਾਨ ਨੇ, ਕਿਉਂਕਿ ਉਹਦਾ ਜਿਹੜੀ ਕੀਟਾਣੂ ਹੈ ਉਹਦੇ ਤਹਿ ਦੇ ਸਕਿਨ ਦੀ ਚਮੜੀ ਦੀ ਤਹਿ ਦੇ ਉੱਪਰ ਹੁੰਦਾ, ਨਾ ਕਿ ਥੱਲੇ, ਅਤੇ ਉਹਨੂੰ ਸੌਖੇ ਤਰੀਕੇ ਨਾਲ ਕਿਵੇਂ ਕਰਨਾ ਇਹ ਵੀ ਅੱਜ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਸਰਦੀਆਂ ਆਉਣ ਵਾਲੀਆਂ ਨੇ, ਅਤੇ ਸਰਦੀਆਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਿਮਾਰੀਆਂ ਜਿਹੜੀਆਂ ਨੇ, ਇਹ ਬਿਮਾਰੀ ਜਿਹੜੀ ਆ ਉਹ ਜ਼ਿਆਦਾ ਵੱਧਦੀਆਂ ਨੇ। ਅਤੇ ਉਦੋਂ ਜੇਕਰ ਕਿਸੇ ਨੂੰ ਹੁਣ ਹੋ ਚੁੱਕੀ ਹੈ ਜਾਂ ਜੇਕਰ ਨਹੀਂ ਹਟ ਰਹੀ, ਤਾਂ ਜੇਕਰ ਇੱਕ ਵੀ ਬੰਦਾ ਇਸ ਵੀਡੀਓ ਨੂੰ ਦੇਖ ਕੇ ਠੀਕ ਹੋ ਜਾਂਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।